ਸਾਰੇ ਹੀ ਸਰੋਤਿਆਂ ਦਾ ਇਹਨਾਂ ਕਾਰੋਬਾਰੀ ਸੁਨੇਹਿਆਂ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ ਜੀ। ਤੁਸੀਂ ਸ਼ਾਮਲ ਹੋ ਰੇਡੀਓ ਚੜ੍ਹਦੀ ਕਲਾ ਦੇ ਪ੍ਰੋਗਰਾਮ ਮੁਲਾਕਾਤਾਂ ਦੇ ਵਿੱਚ ਆਪਣੇ ਮੇਜ਼ਬਾਨ ਹਰਿੰਦਰ ਸਿੰਘ ਬੀਸਲਾ ਦੇ ਨਾਲ। ਤੇ ਸਾਡਾ ਇਸ ਵੇਲੇ ਸੰਪਰਕ ਬਣ ਚੁੱਕਾ ਹੈ ਅੱਜ ਦੇ ਸਾਡੇ ਮਹਿਮਾਨ ਜਨਾਬ ਜ਼ਫਰ ਅਵਾਨ ਹੋਣਾ ਦੇ ਨਾਲ ਕੋਪਨਹੈਗਨ ਡੈਨਮਾਰਕ ਵਿਖੇ। ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਕਹਿੰਦੇ ਆ ਜੀ। ਜਨਾਬ ਜ਼ਫਰ ਅਵਾਨ ਜੀ, ਤੁਹਾਡਾ ਬਹੁਤ ਹੀ ਨਿੱਘਾ ਸਵਾਗਤ ਰੇਡੀਓ ਚੜ੍ਹਦੀ ਕਲਾ ਦੇ ਪ੍ਰੋਗਰਾਮ ਮੁਲਾਕਾਤਾਂ ਦੇ ਵਿੱਚ। ਜੀ ਸਭ ਤੋਂ ਪਹਿਲੇ ਤੇ ਤੁਹਾਡੇ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੀ ਤਰਫੋਂ ਅਸਲਾਮ ਵਾਲੇਕਮ ਤੇ ਸਤਿ ਸ੍ਰੀ ਅਕਾਲ ਜੀ। ਤੁਹਾਨੂੰ ਵੀ ਸਾਰੇ ਸਰੋਤਿਆਂ ਵੱਲੋਂ ਬਹੁਤ ਆਦਾਬ, ਸਤਿ ਸ੍ਰੀ ਅਕਾਲ ਜੀ। ਜ਼ਫਰ ਅਵਾਨ ਜੀ, ਤੁਸੀਂ ਲਹਿੰਦੇ ਪੰਜਾਬ ਤਾਂ ਇੱਕੋ ਹੀ ਸੀ ਜਿਹੜਾ ਵੰਡਿਆ ਗਿਆ 1947 ਦੇ ਵਿੱਚ, ਉੱਥੇ ਦੇ ਜੰਮਪਲ ਹੋ ਤੇ ਇਸ ਵੇਲੇ ਡੈਨਮਾਰਕ ਦੇ ਵਿੱਚ ਰਹਿ ਰਹੇ ਹੋ। ਪਰ ਹਮੇਸ਼ਾ ਸਰੋਤਿਆਂ ਦੇ ਮਨ ਦੇ ਵਿੱਚ ਇਸ ਗੱਲ ਦੀ ਖਾਹਿਸ਼ ਹੁੰਦੀ ਹੈ ਕਿ ਸਾਨੂੰ ਘੱਟੋ ਘੱਟ ਇੰਨਾ ਥੋੜ੍ਹੀ ਜਿਹੀ ਜਾਣਕਾਰੀ ਹੋਵੇ ਕਿ ਜਿਸ ਵੀ ਸ਼ਖਸੀਅਤ ਦੇ ਨਾਲ ਅੱਜ ਗੱਲਬਾਤ ਹੋ ਰਹੀ ਆ ਉਹਨਾਂ ਦਾ ਕਿਹੋ ਜਿਹਾ ਸੀ ਪਰਿਵਾਰਕ ਪਿਛੋਕੜ, ਕਿੱਥੇ ਉਹਨਾਂ ਦਾ ਜਨਮ ਹੋਇਆ। ਜੀ ਭਾਜੀ, ਮੈਂ ਸਿਆਲਕੋਟ ਦੇ ਵਿੱਚ ਪੈਦਾ ਹੋਇਆ। ਸਿਆਲਕੋਟ ਦੇ ਵਿੱਚ ਇੱਕ ਛੋਟਾ ਜਿਹਾ ਪਿੰਡ ਹੈ ਸਿਆਲਕੋਟ ਤੇ ਜੰਮੂ ਬਾਰਡਰ ਦੇ ਉੱਤੇ ਕਰਕੇ ਨਾ। ਮੇਰਾ ਜਿਹੜਾ ਘਰ ਹੈ ਉਹ ਸਿਰਫ ਜ਼ੀਰੋ ਲਾਈਨ ਤੋਂ ਕੋਈ 200-250 ਮੀਟਰ ਦੂਰ ਹੈ ਸਿਰਫ। ਜੀ ਜੀ ਹਾਂਜੀ, ਉੱਥੇ ਮੇਰਾ ਪਿੰਡ ਹੈ। ਹਰਪਾਲ ਮੇਰੇ ਪਿੰਡ ਦਾ ਨਾਂ ਹੈ। ਜੀ ਜੀ ਜੀ, ਮੈਂ ਉੱਥੋਂ ਦੀ ਜੰਮਪਲ ਹਾਂ। ਤੇ ਉਸ ਤੋਂ ਬਾਅਦ ਫਿਰ ਇਬਤਦਾਈ ਤਾਲੀਮ ਜਿਹੜੀ ਹੈ ਉਹ ਵੀ ਮੇਰੀ ਸਿਆਲਕੋਟ ਦੀ ਹੈ। ਉਸ ਤੋਂ ਬਾਅਦ ਗ੍ਰੈਜੂਏਸ਼ਨ ਲਾਹੌਰੋਂ ਕੀਤਾ ਤੇ MSc ਵਾਸਤੇ ਮੈਂ ਸਵੀਡਨ ਆਇਆ। ਸਵੀਡਨ ਤੋਂ MSc ਕਰਕੇ ਤੇ ਉਸ ਤੋਂ ਬਾਅਦ ਫਿਰ ਮੈਂ ਡੈਨਮਾਰਕ ਸੈਟਲ। ਜੀ ਜੀ ਜ਼ਫਰ ਜੀ, ਪੁੱਛਣਾ ਚਾਹਾਂਗੇ ਤੁਹਾਡੇ ਕੋਲੋਂ ਕਿ ਜਿਵੇਂ ਤੁਸੀਂ ਸਾਇੰਸ ਦੀ ਪੜ੍ਹਾਈ ਦੇ ਨਾਲ ਐਜੂਕੇਸ਼ਨ ਤੁਹਾਡੀ ਹੈ ਜਿਹੜੀ ਉਹ ਤਾਂ ਇੰਜੀਨੀਅਰਿੰਗ ਦੀ ਜਾਂ ਕਹਿ ਲਓ ਤਾਲੀਮ ਤੁਹਾਡੀ ਸਾਇੰਸ ਦੇ ਵਿਸ਼ੇ ਦੇ ਵਿੱਚ ਸੀ, ਤੇ ਸਾਇੰਸ ਤੇ ਸਾਹਿਤ ਦਾ ਜਿਹੜਾ ਮੇਲ ਆ ਇਹ ਘੱਟ ਦੇਖਣ ਨੂੰ ਮਿਲਦਾ। ਕੀ ਪਰਿਵਾਰ ਦੇ ਵਿੱਚ ਪਹਿਲਾਂ ਵੀ ਕੋਈ ਤੁਹਾਡੇ ਇਹੋ ਜਿਹਾ ਪਿਛੋਕੜ ਤੁਹਾਡਾ ਹੈਗਾ ਸੀ ਕਿ ਪਰਿਵਾਰ ਦੇ ਵਿੱਚੋਂ ਕੋਈ ਸਾਹਿਤ ਦੇ ਨਾਲ ਜੁੜੇ ਹੋਏ, ਜਾਂ ਤੁਹਾਡਾ ਲਗਾਅ ਇੱਧਰ ਨੂੰ ਫਿਰ ਕਿਵੇਂ ਲੱਗਿਆ? ਦੇਖੋ ਜੀ, ਮੇਰੇ ਤੋਂ ਪਹਿਲੇ ਜਿਹੜਾ ਨਾ ਮੇਰੇ ਖਾਨਦਾਨ ਦੇ ਵਿੱਚ ਉਸ ਤਰੀਕੇ ਨਾਲ ਅਦਬੀ ਤੌਰ ਤੇ ਕੋਈ ਵੀ ਨਹੀਂ ਸੀ ਜੁੜਿਆ ਹੋਇਆ, ਠੀਕ ਹੈ ਜੀ। ਲੇਕਿਨ ਇੰਨਾ ਹੈ ਕਿ ਉਹ ਸਾਡਾ ਜਿਹੜਾ ਖਾਨਦਾਨ ਹੈ ਉਹਨੂੰ ਸਾਡੇ ਵਲੀ ਦੇ ਨਾਂ ਤੋਂ ਮਸ਼ਹੂਰ ਹੈ। ਸਾਡੇ ਇਲਾਕੇ ਦੇ ਲੋਕ ਕਹਿੰਦੇ ਨੇ ਜੀ ਉਹ ਵਲੀ। ਇਹ ਪਤਾ, ਇੱਕ ਪਿੰਡਾਂ ਥਾਵਾਂ ਦੇ ਵਿੱਚ ਇੱਕ ਤੇ ਤੁਹਾਡੀ ਬਰਾਦਰੀ ਹੁੰਦੀ ਹੈ, ਜਿਸ ਤਰ੍ਹਾਂ ਮੇਰੀ ਅਵਾਨ ਬਰਾਦਰੀ ਹੈ, ਤੇ ਇੱਕ ਹੁੰਦੀ ਅੱਲ। ਜੀ ਜੀ, ਪਿੰਡਾਂ ਦੇ ਵਿੱਚ ਇੱਕ ਅੱਲ ਮਸ਼ਹੂਰ ਹੁੰਦੀ ਹੈ, ਇੱਕ ਘਰਾਣਿਆਂ ਦੀ ਖਾਨਦਾਨਾਂ ਦੀ। ਤੇ ਉਹ ਸਾਡੀ ਅੱਲ ਵਲੀ ਦੇ ਨਾਂ ਤੋਂ ਮਸ਼ਹੂਰ ਹੈ। ਔਰ ਸਾਡੇ ਜਿਹੜੇ ਵੱਡੇ ਗੁਜ਼ਰੇ ਨੇ ਉਹ ਬਜ਼ੁਰਗ ਰਹੇ ਨੇ। ਜੀ ਜੀ, ਠੀਕ ਹੈ। ਉਹ ਹਾਂਜੀ, ਤੇ ਉਸ ਹਵਾਲੇ ਦੇ ਨਾਲ ਇੱਕ ਜੁੜਤ ਹੈ ਸੀ। ਤੇ ਬਾਕੀ ਮੈਂ ਜ਼ਾਤੀ ਤੌਰ ਤੇ ਆਪਣੇ ਬਚਪਨ ਤੋਂ ਹੀ ਅਲਾਮਾ ਇਕਬਾਲ ਸਾਹਿਬ ਕੋਲੋਂ ਕਾਫੀ ਜ਼ਿਆਦਾ ਜਿਹੜਾ ਨਾ ਅਸਰ ਲਿਆ ਤੇ ਸ਼ਾਇਰੀ ਸ਼ੁਰੂ ਕੀਤੀ। ਮੈਂ 7ਵੀਂ ਜਮਾਤ ਸਾਂ ਜਦੋਂ ਮੈਂ ਆਪਣਾ ਪਹਿਲਾ ਸ਼ੇਰ ਕਿਹਾ। ਤੇ ਉਸ ਤਰ੍ਹਾਂ ਬਕਾਇਦਾ ਖਾਨਦਾਨ ਚ ਕੋਈ ਨਹੀਂ ਸੀ ਹੈ। ਬਾਕੀ ਫਿਰ ਤੁਹਾਨੂੰ ਪਤਾ ਹੋਏਗਾ ਕਿ ਫੈਜ਼ ਇਕਬਾਲ ਔਰ ਪੰਜਾਬੀ ਦਾ ਬੜਾ ਵੱਡਾ ਨਾਂ ਜਨਾਬ ਸ਼ਿਵ ਕੁਮਾਰ ਬਟਾਲਵੀ ਸਾਹਿਬ ਜਿਹੜੇ ਨੇ ਉਹ ਵੀ ਪਿੱਛੋਂ ਜਿਹੜੇ ਨੇ ਉਹ ਵੰਡ ਤੋਂ ਪਹਿਲੇ ਸਾਡੇ ਇਲਾਕੇ ਦੇ ਹੀ ਰਹਿਣ ਵਾਲੇ। ਜੀ ਜੀ ਜ਼ਫਰ ਜੀ, ਤੁਸੀਂ ਜਿਹੜੀ ਆ ਗਜ਼ਲ ਲਿਖੀ ਆ ਜ਼ਿਆਦਾ ਔਰ ਸ਼ਾਇਰੀ ਤੁਹਾਡੀ ਜਿਹੜੀ ਆ ਇਹ ਜਿਹਨੂੰ ਕਹਿ ਲਓ ਉਹਦੇ ਵਿੱਚ ਸਭ ਨਾਲੋਂ ਜ਼ਿਆਦਾ ਗਜ਼ਲ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਜਿੰਨਾ ਚਿਰ ਤੁਸੀਂ ਇਹਦੀ ਪੂਰੀ ਤਾਲੀਮ ਨਹੀਂ ਹਾਸਲ ਕਰਦੇ ਤੇ ਇਹਦੇ ਵਿੱਚ ਤੁਸੀਂ ਮੁਕੰਮਲ ਗਜ਼ਲ ਜਿਹੜੀ ਉਹ ਲਿਖੀ ਨਹੀਂ ਜਾ ਸਕਦੀ। ਫਿਰ ਤੁਸੀਂ ਬਕਾਇਦਾ ਕਿਸੇ ਕੋਲੋਂ ਤਾਲੀਮ ਵੀ ਹਾਸਲ ਕੀਤੀ, ਕਿਸੇ ਨੂੰ ਆਪਣਾ ਉਸਤਾਦ ਵੀ ਧਾਰਿਆ, ਜਾਂ ਤੁਸੀਂ ਇਹਦੇ ਵਿੱਚ ਜਿਹੜੀ ਆ ਕਿਵੇਂ ਆਪਣੇ ਆਪ ਨੂੰ ਪਰਪੱਕ ਕੀਤਾ? ਮੈਂ ਜੀ ਸਟਾਰਟ ਦੇ ਉੱਤੇ ਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹਰ ਬੰਦਾ ਆਪੇ ਹੀ ਸ਼ੁਰੂ ਕਰਦਾ ਹੈ। ਫਿਰ ਮੇਰੀ ਖੁਸ਼ਬਖਤੀ ਕਿ ਮੇਰਾ ਤਾਲੁਕ ਬਣਿਆ ਜਨਾਬ ਮੇਰੇ ਉਸਤਾਦ ਜੀ ਨੇ ਹਸਨ ਅਬਾਸੀ ਸਾਹਿਬ। ਤੇ ਉਹਨਾਂ ਕੋਲੋਂ ਮੈਂ ਕੁਝ ਥੋੜੀ ਜਿਹੀ ਦੇਰ, ਬਲਕਿ ਮੈਂ ਤੁਹਾਨੂੰ ਦੱਸਾਂ ਕਿ ਕੋਈ 3-4 ਲੈਕਚਰ ਹੀ ਉਹਨਾਂ ਕੋਲੋਂ ਲਏ। ਅੱਛਾ ਜੀ। ਉਹਨਾਂ ਨੇ ਕੁਝ ਬੈਰਾਂ ਦੇ ਉੱਤੇ ਕਿਹਾ, ਇਹਨਾਂ ਨੂੰ 2-3 ਬੈਰਾਂ ਦੇ ਉੱਤੇ ਲਿਖੋ, ਇਹਨਾਂ ਦੇ ਉੱਤੇ ਸ਼ੇਰ ਕਹੋ। ਲੇਕਿਨ ਇਹ ਕਿ ਮੈਂ ਉਸ ਤੋਂ ਫਰਦਰ ਅੱਗੇ ਹੋਰ ਉਹਨਾਂ 2-4 ਤੇ ਕਿਹਾ, ਮੈਂ 7-8 ਬੈਰਾਂ ਦੇ ਉੱਤੇ ਗਜ਼ਲਾਂ ਕਹਿ ਕੇ ਉਹਨਾਂ ਨੂੰ ਭੇਜਤੀਆਂ, ਠੀਕ ਹੈ। ਫਿਰ ਉਹਨਾਂ ਕਿਹਾ ਯਾਰ ਤੈਨੂੰ ਹੁਣ ਇਹ ਵੇ ਕਿ ਤੂੰ ਆਪਣੇ ਤੌਰ ਤੇ ਹੁਣ ਕਰਦਾ ਰਿਹਾ, ਤੈਨੂੰ ਹੁਣ ਉਸ ਤਰ੍ਹਾਂ ਟ੍ਰੇਨਿੰਗ ਦੀ ਜ਼ਰੂਰਤ ਨਹੀਂ, ਕਿਉਂਕਿ ਸ਼ਾਇਰੀ ਜ਼ਾਹਿਰ ਉਹ ਮੇਰੇ ਅੰਦਰ ਸੀ ਸ਼ੁਰੂ ਤੋਂ ਲੈ ਕੇ। ਲੇਕਿਨ ਉਹਨਾਂ ਮੇਰੀ ਰਹਿਨੁਮਾਈ ਇਬਤਦਾ ਤੇ ਕੀਤੀ। ਜੀ
ਪੰਜਾਬੀ ਦੇ ਵਿੱਚ ਬੜੇ ਸਾਡੇ ਚੜ੍ਹਦੇ ਪੰਜਾਬ ਦੇ ਵਿੱਚ ਇਸ ਵੇਲੇ ਮਕਬੂਲ ਸ਼ਾਇਰ ਹੈਗੇ ਸੁਰਜੀਤ ਪਾਤਰ ਹੁਣੀ। ਹਾਲਾਂਕਿ ਉਹ ਖੁੱਲੀ ਕਵਿਤਾ ਵੀ ਲਿਖਦੇ ਆ, ਨਾਜ਼ਮ ਵੀ ਲਿਖਦੇ ਆ, ਪਰ ਉਹਨਾਂ ਨੇ ਗਜ਼ਲ ਵੀ ਬੜੀ ਕਮਾਲ ਦੀ ਲਿਖੀ। ਜਿਹੜੀ ਗੱਲ ਤੁਸੀਂ ਕਹੀ, ਇਹੀ ਗੱਲ ਉਹਨਾਂ ਨੇ ਵੀ ਕਹੀ ਕਿ ਉਹਨਾਂ ਨੇ ਜਦ ਪਹਿਲੀਆਂ ਗਜ਼ਲਾਂ ਲਿਖੀਆਂ ਤੇ ਉਸ ਵੇਲੇ ਤੱਕ ਉਹਨਾਂ ਨੇ ਬਕਾਇਦਾ ਇਹਦੇ ਬਾਰੇ ਕੋਈ ਨਹੀਂ ਸੀ ਕਿਸੇ ਨੂੰ ਕੁਛ ਸਿੱਖਿਆ ਨਹੀਂ ਸੀ ਕਿਸੇ ਤੋਂ, ਪਰ ਉਹ ਬੜੀ ਮੁਕੰਮਲ ਗਜ਼ਲ ਲਿਖਦੇ ਆ। ਤੇ ਫਿਰ ਉਹਨਾਂ ਦਾ ਬੜਾ ਨਾਂ ਹੈ ਜੀ। ਜੀ ਜੀ ਅਵਾਨ ਜੀ, ਜਿਵੇਂ ਇਹ ਤਾਂ ਤੁਸੀਂ ਸਰੋਤਿਆਂ ਦੇ ਨਾਲ ਪਹਿਲਾਂ ਸਾਂਝੀ ਕਰੇ ਹੀ ਲਈ ਗੱਲ ਕਿ 7ਵੀਂ ਕਲਾਸ ਦੇ ਵਿੱਚ ਜਦ ਤੁਸੀਂ ਪੜ੍ਹਦੇ ਸੀ ਤੇ ਉਸ ਵਕਤ ਹੀ ਆ ਜਿਹੜਾ ਤੁਸੀਂ ਪਹਿਲੇ ਆਪਣੇ ਜਿਹੜੇ ਸ਼ੇਰ ਲਿਖੇ। ਇੱਕ ਮੈਂ ਜਾਣਨਾ ਚਾਹਾਂਗਾ ਕਿ ਜਿਵੇਂ ਪਾਕਿਸਤਾਨ ਦੇ ਵਿੱਚ ਇਹ ਸੁਣਨਾ ਚਾਹੁੰਦਾ ਕਿ ਤਲੀਮ ਦਾ ਜਰੀਹਾ ਆ ਜਿਹੜਾ ਉਹ ਪੰਜਾਬੀ ਜ਼ੁਬਾਨ ਅਜੇ ਤੱਕ ਨਹੀਂ ਬਣ ਸਕੀ, ਉੱਥੇ ਤਲੀਮ ਦਾ ਜਿਹੜਾ ਮਾਧਿਅਮ ਉਹ ਉਰਦੂ ਹੀ ਬਣਦਾ ਤੇ ਆਮ ਬੋਲਚਾਲ ਦੀ ਆ ਜਿਹੜੀ ਮਾਦਰੀ ਭਾਸ਼ਾ ਜਿਹੜੀ ਆ ਉਹ ਬਹੁਤ ਸਾਰੇ ਪੰਜਾਬੀਆਂ ਦੀ ਜਿਹੜੀ ਉਹ ਪੰਜਾਬੀ ਆ। ਫਿਰ ਤੁਸੀਂ ਸ਼ੁਰੂਆਤੀ ਦੌਰ ਦੇ ਵਿੱਚ ਜਿਹੜਾ ਲਿਖਣਾ ਸ਼ੁਰੂ ਕੀਤਾ ਉਹ ਪੰਜਾਬੀ 'ਚ ਲਿਖਣਾ ਸ਼ੁਰੂ ਕੀਤਾ ਕਿ ਉਰਦੂ 'ਚ ਲਿਖਣਾ ਸ਼ੁਰੂ ਕੀਤਾ? ਨਹੀਂ, ਮੈਂ ਵੀ ਉਰਦੂ ਦੇ ਵਿੱਚ ਹੀ ਸ਼ੇਰ ਪਹਿਲੇ ਕਹਿਣਾ ਸ਼ੁਰੂ ਕੀਤਾ। ਉਹਦੀ ਵਜ੍ਹਾ ਇਹੋ ਹੀ ਹੈ ਜਿਹੜੀ ਤੁਸੀਂ ਬਿਆਨ ਕੀਤੀ, ਕਿਉਂਕਿ ਤੁਸੀਂ ਜਿਹੜੀ ਜ਼ੁਬਾਨ ਜਿਹੜੀ ਹੈ ਨਾ ਉਹਦੇ ਜਿਹੜੀ ਸਕੂਲ ਜਿਹੜੀ ਪੜ੍ਹਦੇ ਹੋ, ਜਿਹਦੇ 'ਚ ਲਿਖਣਾ ਪੜ੍ਹਨਾ ਤੁਹਾਨੂੰ ਆਉਂਦਾ ਹੈ, ਇਨੀਸ਼ੀਅਲੀ ਤੁਸੀਂ ਉਹਦੇ ਵਿੱਚ ਹੀ ਸ਼ੇਰ ਕਹਿਣਾ ਸ਼ੁਰੂ ਕਰਦੇ ਹੋ ਜੀ, ਕਿਉਂਕਿ ਉਹਦੇ 'ਚ ਤੁਹਾਡੇ ਲਈ ਥੋੜਾ ਆਸਾਨ ਹੁੰਦਾ ਆਪਣੇ ਆਪ ਨੂੰ ਐਕਸਪ੍ਰੈਸ ਕਰਨਾ, ਕਿਉਂਕਿ ਪੰਜਾਬੀ ਮੈਂ ਕਦੇ ਪੜ੍ਹੀ ਨਹੀਂ ਸੀ, ਕਦੇ ਲਿਖੀ ਨਹੀਂ ਸੀ, ਠੀਕ ਹੈ। ਤੇ ਲੇਕਿਨ ਜਦੋਂ ਮੈਂ ਗ੍ਰੈਜੂਏਸ਼ਨ ਆਪਣੀ ਦੇ ਦੌਰਾਨ ਮੈਂ ਪਹਿਲੀ ਪੰਜਾਬੀ ਦੀ ਗਜ਼ਲ ਕਹੀ। ਅੱਛਾ ਜੀ। ਤੇ ਉਸ ਤੋਂ ਬਾਅਦ ਫਿਰ ਲੇਕਿਨ ਜਦੋਂ ਮੈਂ ਸਵੀਡਨ ਪੜ੍ਹਨ ਲਈ ਆਇਆ ਵਾਂ ਤੇ ਫਿਰ ਪਾਕਿਸਤਾਨ ਤੋਂ ਬਾਹਰ ਆਇਆ, ਮੈਂ ਮਤਲਬ ਆਪਣਿਆਂ ਤੋਂ ਦੂਰ ਹੋਇਆ ਵਾਂ, ਮਾਂ ਆਪਣੀ ਤੋਂ ਦੂਰ ਹੋਇਆ, ਆਪਣੇ ਰਿਸ਼ਤੇਦਾਰਾਂ ਤੋਂ ਦੂਰ ਹੋਇਆ। ਤੇ ਆਈ ਡੋਂਟ ਨੋ ਉਹਦੇ ਪਿੱਛੇ ਕੀ ਰੀਜ਼ਨ ਹੈ ਕਿ ਜਦੋਂ ਮੈਂ ਸਵੀਡਨ 'ਚ ਆਇਆ ਤੇ ਫਿਰ ਮੈਂ ਉਸ ਤੋਂ ਬਾਅਦ ਜ਼ਿਆਦਾ ਪੰਜਾਬੀ 'ਚ ਕਹਿਣਾ ਸ਼ੁਰੂ ਕਰ ਦਿੱਤਾ ਜੀ। ਅਸਲ ਦੇ ਵਿੱਚ ਤਾਂ ਜ਼ਫਰ ਜੀ ਜਿਹੜੀ ਆ ਮਾਦਰੀ ਜ਼ਬਾਨ ਆ ਜਿਹੜੀ ਉਹਦੇ ਵਿੱਚ ਜਿੰਨਾ ਤੁਸੀਂ ਜ਼ਿਆਦਾ ਆਪਣੇ ਆਪ ਨੂੰ ਐਕਸਪ੍ਰੈਸ ਕਰ ਸਕਦੇ ਆ, ਜਿੰਨਾ ਤੁਸੀਂ ਉਹਦੇ ਵਿੱਚ ਖੁੱਲ੍ਹ ਕੇ ਆਪਣੇ ਜਜ਼ਬਾਤ ਕਹਿ ਸਕਦੇ ਆ, ਉਨੇ ਹੋਰ ਭਾਸ਼ਾ ਦੇ ਵਿੱਚ ਕਹਿ ਨਹੀਂ ਸਕਦੇ। ਇੱਥੇ ਮੈਂ ਬੜੇ ਮਸ਼ਹੂਰ ਇੱਕ ਅਦਾਕਾਰ ਵੀ ਹੋਏ ਹਨ ਬਲਰਾਜ ਸਾਹਨੀ, ਉਹਨਾਂ ਦਾ ਇੱਕ ਵਾਕਿਆ ਤੁਹਾਡੇ ਨਾਲ ਸਾਂਝਾ ਜ਼ਰੂਰ ਕਰਾਂਗੇ ਕਿ ਉਹ ਅੰਗਰੇਜ਼ੀ 'ਚ ਲਿਖਦੇ ਸੀ ਜਿਸ ਵੇਲੇ ਉਹ ਟੈਗੋਰ ਨੂੰ ਮਿਲੇ ਤੇ ਟੈਗੋਰ ਨੇ ਉਹਨਾਂ ਨੇ ਕਿਹਾ ਕਿ ਤੇਰੀ ਮਾਦਰੀ ਜ਼ਬਾਨ ਕਿਹੜੀ ਆ? ਉਹ ਕਹਿੰਦੇ ਪੰਜਾਬੀ ਆ। ਉਹ ਕਹਿੰਦੇ ਫਿਰ ਤੂੰ ਪੰਜਾਬੀ ਤੋਂ ਬਿਹਤਰ ਕਿਸੇ ਜ਼ਬਾਨ 'ਚ ਨਹੀਂ ਲਿਖ ਸਕਦਾ, ਔਰ ਉਦੋਂ ਬਾਅਦ ਉਹਨਾਂ ਨੇ ਫਿਰ ਪੰਜਾਬੀ 'ਚ ਲਿਖਣਾ ਸ਼ੁਰੂ ਕੀਤਾ ਜੀ। ਬਿਲਕੁਲ ਸਹੀ ਕਿਹਾ ਤੁਸੀਂ। ਕਿਹਾ ਮੈਂ ਵੀ ਜਦੋਂ ਦਾ ਪੰਜਾਬੀ ਦੇ ਵਿੱਚ ਲਿਖਣਾ ਸ਼ੁਰੂ ਕੀਤਾ ਤੇ ਉਹ ਮੈਨੂੰ ਲੱਗਾ ਕਿ ਮੈਂ ਆਪਣੇ ਆਪ ਨੂੰ ਪੰਜਾਬੀ ਦੇ ਵਿੱਚ ਉਰਦੂ ਨਾਲੋਂ ਜ਼ਿਆਦਾ ਬਿਹਤਰ ਤੌਰ ਤੇ ਐਕਸਪ੍ਰੈਸ ਕਰ ਪਾ ਰਿਹਾ ਜੀ। ਤੇ ਅਵਾਨ ਜੀ, ਹਰ ਵਿਅਕਤੀ ਜਿਹੜਾ ਆਪਣੇ ਜਜ਼ਬਾਤ ਆ ਜਿਹੜੇ ਉਹਨੂੰ ਅੱਖਰਾਂ ਦੇ ਵਿੱਚ ਜਾਂ ਸਫ਼ਿਆਂ ਦੇ ਉੱਤੇ ਲਿਖਣਾ ਸ਼ੁਰੂ ਕਰਦਾ ਤੇ ਮਨ ਦੇ ਵਿੱਚ ਬੜੀ ਇਹ ਤਾਂਘ ਹੁੰਦੀ ਆ, ਇੱਕ ਤਾਂ ਕਿਸੇ ਨੂੰ ਸੁਣਾਉਣ ਦੀ, ਜਾਂ ਸਭ ਤੋਂ ਜ਼ਿਆਦਾ ਤਾਂਘ ਹੁੰਦੀ ਹੈ ਕਿ ਕਿਤੇ ਛਪਿਆ ਆ, ਕਿਸੇ ਅਖਬਾਰ, ਕਿਸੇ ਰਸਾਲੇ, ਕਿਸੇ ਮੈਗਜ਼ੀਨ ਦੇ ਵਿੱਚ ਇਹਨੂੰ ਛਪਿਆ ਆ ਦੇਖਾਂ। ਤੇ ਇਹ ਮੌਕਾ ਫਿਰ ਜ਼ਫਰ ਅਵਾਨ ਦੇ ਲਈ ਕਦ ਆਇਆ ਕਿ ਪਹਿਲੀਆਂ ਉਹਦੀਆਂ ਰਚਨਾਵਾਂ ਜਿਹੜੀਆਂ ਉਹ ਲੋਕਾਂ ਤੱਕ ਛਪ ਕੇ ਪਹੁੰਚਣੀਆਂ ਸ਼ੁਰੂ ਹੋਈਆਂ? ਮੈਂ ਗ੍ਰੈਜੂਏਸ਼ਨ 'ਚ ਪੜ੍ਹਦਾ ਸੀ, 2004 ਦੀ ਗੱਲ ਹੈ। ਉਦੋਂ ਮੇਰੀ ਪਹਿਲੀ ਕਿਤਾਬ ਜਿਹੜੀ ਹੈ ਉਹ ਆਰਜ਼ੂਏ ਸਹਰ ਦੇ ਨਾਂ ਤੋਂ ਜਿਹੜੀ ਨਾ ਉਰਦੂ ਸ਼ਾਇਰੀ ਦੀ ਉਹ ਪਹਿਲੀ ਕਿਤਾਬ ਆਈ। ਅੱਛਾ ਜੀ। ਉਸ ਤੋਂ ਪਹਿਲੇ ਇੱਕ ਦੋ ਜਿਹੜੇ ਕੁਝ ਬਹੁਤ ਜ਼ਿਆਦਾ ਨਹੀਂ, ਕਿਉਂਕਿ ਮੈਂ ਉਹਨਾਂ ਦਿਨਾਂ ਦੇ ਵਿੱਚ ਨਾ ਮੁਸ਼ਾਇਰਿਆਂ 'ਚ ਇੰਨਾ ਜਾਂਦਾ ਸਾਂ ਤੇ ਨਾ ਬਹੁਤ ਜ਼ਿਆਦਾ ਜਿਹੜੀਆਂ ਲਿਟਰੇਰੀ ਇਵੈਂਟਸ ਨੇ ਉਹਨਾਂ ਦੇ ਵਿੱਚ ਇੰਨਾ ਇਨਵੋਲਵ ਨਹੀਂ ਸਾਂ। ਤੇ ਉਹ ਇੱਕ ਦੋ ਜਗ੍ਹਾ ਦੇ ਉੱਤੇ ਕੁਝ ਚੀਜ਼ਾਂ ਮੇਰੀਆਂ ਛਪੀਆਂ, ਇੱਕ ਦੋ ਰਸਾਲਿਆਂ ਤੇ, ਲੇਕਿਨ ਬਕਾਇਦਾ ਮੇਰੀ ਜਿਹੜੀ ਕਿਤਾਬ ਆਈ ਹੈ ਨਾ ਪਹਿਲੀ, ਉਹੀ ਮੇਰੀ ਬਕਾਇਦਾ ਪਬਲੀਕੇਸ਼ਨ ਤੁਸੀਂ ਕਹਿ ਸਕਦੇ ਹੋ, ਉਹ 2004 ਦੇ ਵਿੱਚ ਆਰਜ਼ੂਏ ਸਹਰ ਦੇ ਨਾਲ ਉਰਦੂ ਸ਼ਾਇਰੀ ਦੀ ਕਿਤਾਬ ਸੀ ਜੀ। ਤੇ ਉਦੋਂ ਮੈਂ ਇਹ ਕਾਲਜ ਪੜ੍ਹਦਾ ਸੀ। ਉਸ ਤੋਂ ਬਾਅਦ ਫਿਰ ਹੁਣ ਮੈਂ ਜਿਵੇਂ ਦੇਖ ਰਿਹਾ ਸੀ ਤੁਹਾਡੀਆਂ 6 ਕਿਤਾਬਾਂ ਹੁਣ ਤੱਕ ਤੁਹਾਡੀਆਂ ਜਿਹੜੀਆਂ ਉਹ ਪਾਠਕਾਂ ਦੇ ਹੱਥਾਂ ਵਿੱਚ ਆ ਚੁੱਕੀਆਂ। ਉਰਦੂ ਦੀ ਇੱਕ ਹੁਣੇ ਤੁਹਾਡੀ ਧੀਮੀ ਅਜ਼ਾਨ ਜਿਹੜੀ ਕਿਤਾਬ ਆ ਇਹਨਾਂ ਦਿਨਾਂ ਦੇ ਵਿੱਚ ਹੀ ਛਪੀ ਆ। ਤੇ ਕਿਹੜੀਆਂ ਹੋਰ ਕਿਤਾਬਾਂ ਜਿਹੜੀਆਂ ਤੁਸੀਂ ਪੰਜਾਬੀ ਦੇ ਵਿੱਚ ਤੇ ਉਰਦੂ ਦੇ ਵਿੱਚ ਹੁਣ ਤੱਕ ਪਾਠਕਾਂ ਦੇ ਹੱਥਾਂ ਤੱਕ ਜਾ ਚੁੱਕੀਆਂ ਜੀ? ਮੈਂ ਜਿਸ ਤਰ੍ਹਾਂ ਕਿਹਾ ਕਿ ਪਹਿਲੀ ਕਿਤਾਬ ਮੇਰੀ ਸੀ ਆਰਜ਼ੂਏ ਸਹਰ, ਉਸ ਤੋਂ ਬਾਅਦ ਫਿਰ ਮੇਰੀ ਪੰਜਾਬੀ ਦੀ ਕਿਤਾਬ ਆਈ ਜ਼ੀਵੀ ਸਦਰਾਂ ਦੀ। ਜ਼ੀਵੀ ਸਦਰਾਂ ਦੀ ਤੋਂ ਬਾਅਦ ਫਿਰ ਆਈ ਉਮਰਾਂ ਦੇ ਖੂਹ ਜੀ, ਉਹ ਵੀ ਪੰਜਾਬੀ ਦੀ। ਫਿਰ ਉਸ ਤੋਂ ਬਾਅਦ ਉਰਦੂ ਗਜ਼ਲ ਦੀ ਕਿਤਾਬ ਆਈ ਮੁਹਾਜਿਰ ਪਰਿੰਦੇ ਜੀ ਜੀ ਜੀ। ਤੇ ਉਸ ਤੋਂ ਬਾਅਦ ਜਿਹੜਾ ਕੰਧਾਂ ਉੱਤੇ ਘਾਹ, ਕੰਧਾਂ ਉੱਤੇ ਘਾਹ ਪੰਜਾਬੀ ਦੀ ਕਿਤਾਬ ਉਹ ਆਈ ਜੀ, ਕੰਧਾਂ ਉੱਤੇ ਘਾਹ। ਹਾਂਜੀ।
ਔਰ ਬਾਕੀ ਫਿਰ ਜਿੱਦਾਂ ਤੁਸੀਂ ਨਾਂ ਲੈ ਲਿਆ ਉਹ ਐਸੇ ਸਾਲ ਹੀ ਆਈ ਹੈ ਧੀਮੀ ਅਜ਼ਾਨੇ ਉਰਦੂ ਸ਼ਾਇਰੀ ਜੀ। ਪੂਰੀਆਂ 6 ਕਿਤਾਬਾਂ ਨੇ ਜਿਹਦੇ 3 ਉਰਦੂ ਦੀਆਂ ਨੇ ਤੇ 3 ਪੰਜਾਬੀ ਦੀਆਂ। ਅਵਾਨ ਜੀ, ਸ਼ੁਰੂਆਤੀ ਦੌਰ ਦੇ ਵਿੱਚੋਂ ਜੇ ਹਰ ਜਿਹੜਾ ਲੇਖਕ ਹੈ ਜਦੋਂ ਲਿਖਦਾ ਤੇ ਜਿਵੇਂ ਤੁਸੀਂ ਕਿਹਾ ਕਿ ਪਹਿਲਾਂ ਤਾਂ ਉਹ ਆਪਣੇ ਜਜ਼ਬਾਤ ਆ ਜਿਹੜੇ ਉਹ ਕਾਗਜ਼ਾਂ ਤੇ ਉਤਾਰਨੇ ਸ਼ੁਰੂ ਕਰਦਾ, ਪਰ ਮੈਂ ਬਹੁਤ ਸਾਰੇ ਜਿਹੜੇ ਲੇਖਕਾਂ ਦੇ ਨਾਲ ਮੁਲਾਕਾਤਾਂ ਕੀਤੀਆਂ ਤੇ ਉਹਨਾਂ ਨੂੰ ਅਕਸਰ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਸ਼ੁਰੂਆਤੀ ਦੌਰ ਦੀਆਂ ਜਿਹੜੀਆਂ ਰਚਨਾਵਾਂ ਉਹ ਕਈ ਵਾਰ ਬਾਅਦ ਜਾ ਕੇ ਉਹਨਾਂ ਨੂੰ ਆਪ ਲੱਗਣ ਲੱਗ ਪੈਂਦੀਆਂ ਵੀ ਉਨੀਆਂ ਪੁਖਤਾ ਨਹੀਂ ਹੈਗੀਆਂ, ਉਨੀਆਂ ਜਿਹੜੀਆਂ ਜਿਨ੍ਹਾਂ ਨੂੰ ਆਪ ਨੂੰ ਉਹਨਾਂ ਨੂੰ ਲੱਗਣ ਲੱਗ ਪੈਂਦਾ। ਜ਼ਫਰ ਅਵਾਨ ਨੂੰ ਕਦ ਕੁ ਲੱਗਣਾ ਸ਼ੁਰੂ ਹੋਇਆ ਕਿ ਜਿਹੜਾ ਜੋ ਕੁਝ ਲਿਖਿਆ ਜਾ ਰਿਹਾ ਇਹ ਉਸ ਮਿਆਰ ਦਾ ਹੈਗਾ ਕਿ ਇਹ ਹੁਣ ਸਰੋਤਿਆਂ ਤੱਕ, ਪਾਠਕਾਂ ਤੱਕ ਪਹੁੰਚਾਇਆ ਜਾ ਸਕਦਾ? ਦੇਖੋ, ਜਿਹੜੀ ਤੁਸੀਂ ਗੱਲ ਕੀਤੀ ਹੈ ਉਹ ਬਹੁਤ ਹੀ ਵੈਲਿਡ ਗੱਲ ਹੈ, ਬਹੁਤ ਹੀ ਜ਼ਬਰਦਸਤ ਗੱਲ ਹੈ ਕਿ ਇਸ ਤਰ੍ਹਾਂ ਸ਼ੁਰੂ ਤੋਂ ਹੁੰਦਾ ਹੈ ਔਰ ਇਹ ਅਮਲ ਹੈ ਇਰਤਕਾਦ ਆ। ਅਗਰ ਤੁਹਾਨੂੰ ਆਪਣੀ ਜਿਹੜੀ ਚੀਜ਼ ਅੱਜ ਕਹੀ ਹੈ ਉਹ ਕੱਲ ਜਿਹੜੀ ਚੀਜ਼ ਕਹੀ ਹੈ ਉਹਦੇ ਨਾਲੋਂ ਅਗਰ ਬਿਹਤਰ ਨਾ ਲੱਗੇ ਤਾਂ ਫਿਰ ਤੁਸੀਂ ਸਮਝੋ ਕਿ ਤੁਸੀਂ ਇਰਤਕਾ ਤੇ ਤੁਸੀਂ ਨਹੀਂ ਜਾ ਰਹੇ, ਤੁਸੀਂ ਬਿਹਤਰੀ ਦੀ ਤਰਫ ਨਹੀਂ ਚੱਲ ਰਹੇ, ਠੀਕ ਹੈ। ਤੇ ਇਹ ਉਹਦੀ ਮਤਲਬ ਉਮਰ ਦੇ ਨਾਲ ਨਾਲ ਤੁਹਾਡੇ ਅੰਦਰ ਮੈਚੋਰਿਟੀ ਵੀ ਆਉਂਦੀ ਹੈ, ਉਮਰ ਦੇ ਨਾਲ ਨਾਲ ਤੁਸੀਂ ਚੀਜ਼ਾਂ ਨੂੰ ਸਿੱਖਦੇ ਵੀ ਹੋ, ਫਿਰ ਉਹ ਆਸਤਾ ਆਸਤਾ ਫਿਰ ਉਹ ਚੀਜ਼ਾਂ ਤੁਹਾਡੇ ਕਲਾਮ 'ਚ ਨਜ਼ਰ ਆਉਂਦੀਆਂ ਨੇ। ਤੇ ਅਗਰ ਮੇਰੇ ਬਾਰੇ 'ਚ ਅਗਰ ਪਰਟੀਕੁਲਰਲੀ ਕਿਹਾ ਜਾਏ ਕਿ ਤੂੰ ਮੈਨੂੰ ਲੱਗਾ ਕਿ ਇਹਨੂੰ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਹੈ, ਜ਼ਾਹਿਰ ਹੈ ਮੈਂ ਜਦੋਂ ਯੂਨੀਵਰਸਿਟੀ 'ਚ ਪੜ੍ਹਦਾ ਸੀ ਉੱਥੇ ਦੋਸਤਾਂ ਨੂੰ ਸੁਣਾਉਣੀਆਂ, ਠੀਕ ਹੈ, ਤਾਂ ਉਹ ਦੋਸਤ ਅਹਿਬਾਬ ਨੇ ਕਿਹਾ ਕਿ ਯਾਰ ਇਸ਼ਾਰੀਆ ਇਸ ਕਾਬਲ ਹੈ ਕਿ ਇਹਨੂੰ ਛਪਣਾ ਚਾਹੀਦਾ, ਠੀਕ ਹੈ। ਤੇ ਜ਼ਫਰ ਅਵਾਨ ਜੀ, ਸ਼ੁਰੂਆਤੀ ਦੌਰ ਦੀਆਂ ਰਚਨਾਵਾਂ ਦੇ ਵਿੱਚੋਂ ਉਰਦੂ ਜਾਂ ਪੰਜਾਬੀ ਦੇ ਵਿੱਚੋਂ ਜੇ ਤੁਸੀਂ ਕੋਈ ਰਚਨਾ ਪਹਿਲਾਂ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰੋ ਤੇ ਉਦੋਂ ਗਾਹਾਂ ਫਿਰ ਆਪਾਂ ਗੱਲ ਤੋਰੀਏ ਜੀ। ਹਾਂ, ਇੱਕ ਪੰਜਾਬੀ ਦੀ ਗਜ਼ਲ ਹੈ ਮੇਰੀ, ਉਹ ਬਲਕਿ ਇੱਕ ਕੀ ਮੇਰੀ ਸਭ ਤੋਂ ਪਹਿਲੀ ਪੰਜਾਬੀ ਦੀ ਗਜ਼ਲ। ਅੱਛਾ ਜੀ। ਸਭ ਤੋਂ ਪਹਿਲੀ, ਇਸ ਤੋਂ ਪਹਿਲੇ ਮੈਂ ਪੰਜਾਬੀ ਦਾ ਕੋਈ ਸ਼ੇਰ ਨਹੀਂ ਕਿਹਾ। ਉਹਦੇ ਜਿੰਨੇ ਵੀ ਮੈਨੂੰ ਸ਼ੇਰ ਯਾਦ ਆਉਂਦੇ ਨੇ ਉਹ ਮੈਂ ਤੁਹਾਨੂੰ ਸੁਣਾ ਦੇਣਾ ਵਾ, ਸ਼ਾਇਦ ਕੋਈ ਗਜ਼ਲ ਤੇ ਮੈਨੂੰ ਯਾਦ ਨਾ ਆਏ। ਇਰਸ਼ਾਦ। ਕੋਈ ਵੱਖਰੀ ਖੇਡ ਖਿਡਾਵੇ ਮਾਹੀ, ਕੋਈ ਵੱਖਰੀ ਖੇਡ ਖਿਡਾਵੇ ਮਾਹੀ, ਮੈਨੂੰ ਆਪਣੇ ਵਿੱਚ ਲੁਕਾਵੇ ਮਾਹੀ, ਵਾਹ, ਤੇ ਤੇਰੇ ਜੁੱਸੇ ਵਿੱਚ ਕੈਦ ਹੋ ਜਾਵਾਂ, ਕੋਈ ਇੰਜ ਦੀ ਦੇ ਸਜ਼ਾਵੇ ਮਾਹੀ, ਜੀ, ਤੇਰੇ ਲਈ ਮੈਂ ਕੰਜਰੀ ਹੋਈ, ਮੈਨੂੰ ਬੁੱਲੇ ਵਾਂਗ ਨਚਾਵੇ ਮਾਹੀ, ਵਾਹ, ਬਹੁਤ ਖੂਬ, ਮੈਨੂੰ ਤੇਰੇ ਅੰਦਰ ਧੀਦੋ ਦਿਸਦਾ, ਅੱਜ ਰੰਜ ਨਾਲ ਮਿਲਾਵੇ ਮਾਹੀ, ਜੀ, ਤੇ ਹੋਰ ਸੀ ਹਿਜਰਾਂ ਵਿੱਚ ਜਵਾਨ ਹੋਈ ਮੈਂ, ਮੇਰਾ ਦਰਦਾਂ ਨਾਲ ਨਿਭਾਵੇ ਮਾਹੀ, ਕੋਈ ਵੱਖਰੀ ਖੇਡ ਖਿਡਾਵੇ ਮਾਹੀ, ਮੈਨੂੰ ਆਪਣੇ ਵਿੱਚ ਲੁਕਾਵੇ ਮਾਹੀ। ਅਵਾਨ ਜੀ, ਤੁਸੀਂ ਇੰਨਾ ਕੁ ਤਾਂ ਸਰੋਤਿਆਂ ਦੇ ਨਾਲ ਸਾਂਝ ਪਾਏ ਲਈ ਕਿ ਤੁਸੀਂ ਆਪਣੀ ਹਾਇਰ ਐਜੂਕੇਸ਼ਨ ਦੇ ਲਈ ਆ ਜਿਹੜਾ ਪਹਿਲਾਂ ਸਵੀਡਨ ਆਏ ਤੇ ਉਸ ਤੋਂ ਬਾਅਦ ਇਸ ਵੇਲੇ ਤੁਸੀਂ ਡੈਨਮਾਰਕ ਦੇ ਵਿੱਚ ਕੋਪਨਹੇਗਨ ਦੇ ਵਿੱਚ ਰਹਿ ਰਹੇ ਆ। ਪ੍ਰਵਾਸ ਆ ਜਿਹੜਾ ਆਪਣੀ ਧਰਤੀ ਨੂੰ ਛੱਡ ਕੇ ਦੂਜੀਆਂ ਧਰਤੀਆਂ ਦੇ ਉੱਤੇ ਜਦ ਮਨੁੱਖ ਜਾਂਦਾ ਹੈ ਤੇ ਚੰਗੀ ਬਿਹਤਰ ਜ਼ਿੰਦਗੀ ਲਈ ਵੀ ਜਾਂਦਾ, ਬਿਹਤਰ ਤਾਲੀਮ ਦੇ ਲਈ ਵੀ ਜਾਂਦਾ ਤੇ ਉੱਥੇ ਰਹਿੰਦਾ ਵੀ ਆ। ਪਰ ਆਪਾਂ ਜੇ ਸਾਹਿਤ ਦੇ ਵਿੱਚੋਂ ਜਿੱਥੋਂ ਵੀ ਟੋਲ ਕੇ ਦੇਖਦੇ ਆ ਤੇ ਆਪਣੀ ਧਰਤੀ ਨੂੰ ਛੱਡਣ ਦਾ ਜਿਹੜਾ ਹੇਰਵਾ ਆ ਜਾਂ ਉਹ ਵੀ ਹਮੇਸ਼ਾ ਮਨੁੱਖ ਦੇ ਮਨ ਦੇ ਉੱਤੇ ਰਹਿੰਦਾ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਤੇ ਜ਼ਫਰ ਅਵਾਨ ਨੇ ਜਿਸ ਵੇਲੇ ਆਪਣੇ ਵਤਨ ਨੂੰ ਛੱਡਿਆ, ਉਸ ਮਿੱਟੀ ਨੂੰ ਛੱਡਿਆ ਤੇ ਛੱਡ ਕੇ ਸਵੀਡਨ ਤੋਂ ਬਾਅਦ ਡੈਨਮਾਰਕ ਆ ਕੇ ਰਹਿਣਾ ਸ਼ੁਰੂ ਕੀਤਾ, ਕਿਸ ਤਰ੍ਹਾਂ ਇਸ ਜਿਹੜਾ ਸਾਰੇ ਸਫ਼ਰ ਨੂੰ ਕਿਵੇਂ ਹੰਡਾਇਆ? ਦੇਖੋ ਭਾਜੀ, ਮੈਂ ਜਦੋਂ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਮੈਂ ਬਕਾਇਦਾ ਪੰਜਾਬੀ ਦੇ ਵਿੱਚ ਕਹਿਣਾ ਹੀ ਸ਼ੁਰੂ ਉਦੋਂ ਕੀਤਾ ਜਦੋਂ ਮੈਂ ਸਵੀਡਨ ਆਇਆ ਜੀ। ਔਰ ਉਹਦੀ ਵਜ੍ਹਾ ਵੀ ਇਹ ਹੋਈ ਸੀ ਕਿ ਮੇਰੀ ਮਿੱਟੀ ਤੋਂ ਜਿੱਥੇ ਮੈਂ ਜੰਮ ਪਲਿਆ ਉਹਦੇ ਤੋਂ ਦੂਰ ਹੋਣ ਦੀ ਰੀਜ਼ਨ ਸੀ ਉਹ, ਤੇ ਇਸ ਲਈ ਉਹਨੇ ਮੈਨੂੰ ਮੇਰੀ ਮਾਂ ਬੋਲੀ ਦੇ ਨਾਲ ਵੀ ਜ਼ਿਆਦਾ ਨਜ਼ਦੀਕ ਕਰ ਦਿੱਤਾ, ਠੀਕ ਹੈ। ਇੱਕ ਤਾਂ ਉਹ ਅਸਰ ਹੈ। ਦੂਸਰਾ, ਅਗਰ ਤੁਸੀਂ ਮੈਨੂੰ ਪੁੱਛੋ ਕਿ ਦੇਖੋ ਮੈਨੂੰ ਅੱਲਾਹ ਤਾਲਾ ਦੀ ਜ਼ਾਤ ਨੇ ਬੜਾ ਕੁਝ ਦਿੱਤਾ, ਅੱਲਾਹ ਤਾਲਾ ਦੀ ਜ਼ਾਤ ਨੇ ਕੋਈ ਕਮੀ ਨਹੀਂ ਛੱਡੀ, ਹਰ ਲਿਹਾਜ਼ ਨਾਲ ਬਿਹਤਰੀਨ ਲਾਈਫ ਹੈ, ਬੱਚੇ ਨੇ, ਫੈਮਿਲੀ ਹੈ, ਜੌਬ ਹੈ, ਬਿਹਤਰੀਨ ਹੈ, ਪਿੱਛੇ ਵੀ ਮਾਸ਼ਾਅੱਲਾ ਪਿਛਲਾ ਖਾਨਦਾਨ ਵੀ ਉਹ ਵੀ ਮਾਸ਼ਾਅੱਲਾ ਬੜੀ ਅੱਛੀ ਲਾਈਫ ਸਾਰੇ ਗੁਜ਼ਾਰੇ ਨੇ। ਔਰ ਇੱਕ ਆਪਣੇ ਇਲਾਕੇ ਦੇ ਉਹ ਇੱਜ਼ਤਦਾਰ ਲੋਕਾਂ ਦੇ ਵਿੱਚ ਆਉਂਦੇ ਨੇ, ਠੀਕ ਹੈ। ਤੇ ਲੇਕਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਜਿਹੜਾ ਹੈ ਦੁੱਖ ਉਹ ਇਹ ਹੀ ਹੈ ਕਿ ਮੈਂ ਆਪਣੇ ਵਤਨ ਤੋਂ ਦੂਰ ਹਾਂ, ਆਪਣੀ ਮਿੱਟੀ ਤੋਂ ਦੂਰ ਹਾਂ, ਠੀਕ ਹੈ।
ਔਰ ਉਹ ਮੇਰੀ ਸ਼ਾਇਰੀ ਦੇ ਵਿੱਚ ਤੁਹਾਨੂੰ ਨਜ਼ਰ ਆਏਗਾ, ਮਤਲਬ ਭਰਪੂਰ ਨਜ਼ਰ ਆਏਗਾ। ਯਾਨੀ ਕਿ ਤੁਸੀਂ ਮੇਰੀਆਂ ਕਿਤਾਬਾਂ ਦੇ ਨਾਵਾਂ ਤੋਂ ਵੀ ਦੇਖ ਸਕਦੇ ਹੋ, ਮਹਾਜਰ ਪਰਿੰਦੇ, ਠੀਕ ਹੈ। ਹੁਣ ਧੀਮੀ ਅਜ਼ਾਨੇ ਦਾ ਵੀ ਕਨਸੈਪਟ ਤੁਸੀਂ ਦੇਖ ਲਓ ਕਿ ਉਹ ਆਵਾਜ਼ ਜਿਹੜੀ ਕਿ ਤੁਹਾਡੇ ਕੰਨਾਂ 'ਚ ਜਾਏ ਲੇਕਿਨ ਉਹ ਅਸਰ ਨਾ ਕਰੇ, ਕੰਨਾਂ 'ਚ ਜਾਏ, ਸੁਣੀ ਜਾਏ, ਲੇਕਿਨ ਉਸ ਅਜ਼ਾਨ ਦੇ ਉੱਤੇ ਕੋਈ ਅਮਲ ਨਾ ਕੀਤਾ ਜਾਏ, ਉਸ ਆਵਾਜ਼ ਤੇ ਕੋਈ ਅਮਲ ਨਾ ਕੀਤਾ ਜਾਏ, ਜਾਂ ਉਹ ਅਜ਼ਾਨ ਖੁੱਲ ਕੇ ਦਿੱਤੀ ਨਾ ਜਾ ਸਕੇ ਜਿਵੇਂ ਦਿਲ ਦੇਣਾ ਚਾਹੁੰਦਾ। ਹਾਂ ਉਹ ਮੈਂ ਪਿੱਛੇ ਜਿਹੀ ਵੀ ਗੱਲ ਕੀਤੀ ਸੀ ਕਿ ਹੁਣ ਜਿਸ ਤਰ੍ਹਾਂ ਇੱਕ ਐਗਜ਼ਾਮਪਲ ਹੈ, ਔਰ ਇਹਦੇ 'ਚ ਅਜ਼ਾਨ ਦਾ ਮਕਸਦ ਹਰਗਿਜ਼ ਸਿਰਫ ਉਹ ਮਜ਼ਹਬੀ ਜਿਹੜੀ ਸਾਡੀ ਆਵਾਜ਼ ਹੁੰਦੀ ਹੈ ਇਸਲਾਮ ਦੇ ਵਿੱਚ ਸਿਰਫ ਉਹੀ ਨਹੀਂ, ਇਸ ਆਵਾਜ਼ ਦਾ ਮਤਲਬ ਹੈ ਕਿ ਹਰ ਉਸ ਮਾੜੇ, ਹਰ ਉਸ ਕਿਸੇ ਹੋਏ ਤਬਕੇ ਦੀ ਆਵਾਜ਼ ਕਿ ਜਿਹਦੀ ਆਵਾਜ਼ ਦੇ ਉੱਤੇ ਨੂੰ ਸੁਣ ਕੇ ਗੱਲ ਸੁਣੀ ਕਰ ਦਿੱਤਾ ਜਾਂਦਾ ਹੈ, ਠੀਕ ਹੈ। ਉਹ ਤੁਸੀਂ ਦੇਖੋ ਤੇ ਡੈਨਮਾਰਕ ਦੇ ਵਿੱਚ ਸਾਨੂੰ ਯਾਨੀ ਕਿ ਉਸ ਤਰ੍ਹਾਂ ਸਾਨੂੰ ਅਜ਼ਾਨ ਦੇਣ ਦੀ ਇਜਾਜ਼ਤ ਨਹੀਂ ਹੈ, ਨਮਾਜ਼ ਅਸੀਂ ਪੜ੍ਹ ਸਕਦੇ ਹਾਂ ਮਸਜਿਦ 'ਚ ਜਾ ਕੇ, ਲੇਕਿਨ ਜਿਹੜਾ ਚਰਚ ਹੈ ਉਹਦੇ ਜਿਹੜਾ ਘੰਟਾ ਹੈ ਉਹਦੀ ਆਵਾਜ਼ ਤੇ ਪੂਰੇ ਦੇ ਪੂਰੇ ਮਤਲਬ ਸ਼ਹਿਰ ਦੇ ਵਿੱਚ ਉਹਦੀ ਆਵਾਜ਼ ਸੁਣੀ ਜਾਂਦੀ ਹੈ, ਠੀਕ ਹੈ। ਤੇ ਇਹ ਇੱਕ ਐਗਜ਼ਾਮਪਲ ਹੈ, ਅਦਰਵਾਈਜ਼ ਮੈਂ ਤੁਹਾਨੂੰ ਆਪਣੀ ਜਿਹੜੀ ਕਿਤਾਬ ਹੈ ਉਹਦੀ ਸਿਰਫ ਡੈਡੀਕੇਸ਼ਨ ਜਿਹੜੀ ਮੈਂ ਕੀਤੀ ਹੈ, ਉਹਦਾ ਜਿਹੜਾ ਇੰਤਸਾਬ ਹੈ ਉਹ ਦੱਸਣਾ, ਉਹਦੇ ਤੋਂ ਤੁਹਾਨੂੰ ਆਈਡੀਆ ਲੱਗ ਜਾਏਗਾ ਕਿ दुनिया भर में मौजूद अकलियतों, महाजरों, मगलूबों, मजलूमों के नाम। वाह क्या बात, ठीक है। ते वो है कि वो सारियां चीज़ां मैं कह सकना कि अगर मैं वतन तो दूरी दा दर्द ना मेरे को हुंदा तो शायद मेरी शायरी भी उन्नी इफेक्टिव ना हुंदी। वो यूसफी साहब ने, यूसफी साहब एक बहुत वड्डे मज़ाहनगार पाकिस्तान च होए ने, वो एक ना बड़ी शानदार गल करदे ने, है थोड़ी मज़ाहिया, वो कहंदे ने कि शायर नूं ना शादी जरूर करनी चाहिए जी। वो कहंदे ने जे शादी चंगी हो गई ते जिंदगी चंगी हो जाएगी, ते जे शादी चंगी ना होई ते शायरी चंगी हो जाएगी। बहुत कमाल। ਤੇ ਉਹ ਕਹਿਣ ਦਾ ਮਕਸਦ ਹੈ ਕਿ ਅਗਰ ਮੇਰੀ ਜ਼ਿੰਦਗੀ ਦੇ ਵਿੱਚ ਪਰਦੇਸ ਨਾ ਹੁੰਦਾ ਤੇ ਸ਼ਾਇਦ ਮੈਂ ਜਿਸ ਤਰ੍ਹਾਂ ਦੀ ਵੀ ਸ਼ਾਇਰੀ ਕਰ ਰਿਹਾ ਸ਼ਾਇਦ ਮੈਂ ਉਸ ਤਰ੍ਹਾਂ ਦੀ ਨਾ ਕਰ ਪਾ ਰਿਹਾ ਹੁੰਦਾ, ਠੀਕ ਹੈ। ਉਹ ਸ਼ਾਇਰੀ ਦੇ ਵਿੱਚ ਉਹ ਦਰਦ ਜਿਹੜਾ ਉਹ ਆਪਣੇ ਵਤਨ ਤੋਂ ਦੂਰ ਰਹਿਣ ਦਾ ਜਿਹੜਾ ਦਰਦ ਹੈ ਉਹ ਸ਼ੇਰਾਂ ਦੇ ਵਿੱਚ ਹੈ ਜੀ। ਤੇ ਅਵਾਨ ਜੀ ਇਸੇ ਪੜਾਅ ਦੇ ਉੱਤੇ ਕੋਈ ਇਹੋ ਜਿਹੀ ਰਚਨਾ ਜਿਹਦੇ ਵਿੱਚੋਂ ਤੁਸੀਂ, ਕਿਉਂਕਿ ਬਹੁਤ ਸਾਰੇ ਜਿੰਨੇ ਵੀ ਚਾਹੇ ਪੰਜਾਬੀ ਦੇ ਸ਼ਾਇਰ ਆ, ਚਾਹੇ ਹਿੰਦੀ ਦੇ ਆ, ਚਾਹੇ ਉਰਦੂ ਦੇ ਆ, ਜਿਹੜੇ ਪੰਜਾਬ ਤੋਂ, ਭਾਰਤ ਤੋਂ, ਪਾਕਿਸਤਾਨ ਤੋਂ, ਬੰਗਲਾਦੇਸ਼ ਤੋਂ, ਸ਼੍ਰੀਲੰਕਾ ਤੋਂ ਕਿਤੇੋਂ ਵੀ ਆਏ ਹੋਏ ਆ, ਉਹਨਾਂ ਦੇ ਵਿੱਚੋਂ ਆਪਣੀ ਉਹ ਜਿਹੜੀ ਧਰਤੀ ਦੀ ਕਹਿ ਲਓ ਖੁਸ਼ਬੂ ਆ ਉਹ ਵੀ ਆਉਂਦੀ ਆ, ਪਰ ਉਹਦਾ ਦਰਦ ਵੀ ਝਲਕਦਾ ਉਹਨੂੰ ਛੱਡ ਕੇ ਆਉਣ ਦਾ। ਕੋਈ ਰਚਨਾ ਇਸ ਤਰ੍ਹਾਂ ਦੀ ਜੇ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰੋ ਜਿਹੜੀ ਤੁਸੀਂ ਇਸ ਵਹਾਅ ਦੇ ਵਿੱਚ ਲਿਖੀ ਹੋਵੇ। ਠੀਕ ਹੈ, ਉਹਦੇ ਲਈ ਫਿਰ ਮੈਨੂੰ ਤੁਹਾਨੂੰ ਸਿਰਫ 30 ਸੈਕਿੰਡ ਦੇਣੇ ਪੈਣਗੇ ਮੈਨੂੰ। ਨਹੀਂ ਕੋਈ ਗੱਲ ਨਹੀਂ, ਕੋਈ ਨਹੀਂ, ਹਾਂ ਉਹ ਤੁਸੀਂ ਟੋਲ ਲਓ। ਤੇ ਮੈਂ ਅੱਜ ਅਸੀਂ ਗੱਲ ਕਰ ਰਹੇ ਹਾਂ ਜੀ ਜਨਾਬ ਜ਼ਫਰ ਅਵਾਨ ਉਹਨਾਂ ਦੇ ਨਾਲ, ਜਿਨ੍ਹਾਂ ਨੇ ਆਪਣਾ ਇਹ ਪ੍ਰੋਗਰਾਮ ਥੋੜਾ ਲੇਟ ਸੁਣਨਾ ਸ਼ੁਰੂ ਕੀਤਾ। ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਜ਼ਫਰ ਅਵਾਨ ਜੀ ਸਿਆਲਕੋਟ ਦੇ ਲਾਗੇ ਉਹਨਾਂ ਦਾ ਪਿੰਡ ਆ, ਲਹਿੰਦੇ ਪੰਜਾਬ ਦੇ ਵਿੱਚ, ਜਿੱਥੇ ਦੇ ਉਹ ਜੰਮ ਪਲੇ ਆ। ਆਪਣੀ ਹਾਇਰ ਐਜੂਕੇਸ਼ਨ ਦੇ ਲਈ ਉਹ ਸਵੀਡਨ ਆਏ ਤੇ ਸਵੀਡਨ ਤੋਂ ਬਾਅਦ ਇਸ ਵੇਲੇ ਉਹ ਕੋਪਨਹੈਗਨ ਦੇ ਵਿੱਚ ਰਹਿ ਰਹੇ ਆ, ਡੈਨਮਾਰਕ ਵਿਖੇ। ਔਰ ਉਹਨਾਂ ਦੀਆਂ 6 ਕਿਤਾਬਾਂ ਹੁਣ ਤੱਕ ਆ ਜਿਹੜੀਆਂ 3 ਉਰਦੂ ਦੇ ਵਿੱਚ ਤੇ 3 ਪੰਜਾਬੀ ਦੇ ਵਿੱਚ ਪਾਠਕਾਂ ਦੇ ਹੱਥਾਂ ਤੱਕ ਪਹੁੰਚ ਚੁੱਕੀਆਂ। ਅੱਜ ਅਸੀਂ ਉਹਨਾਂ ਨੂੰ ਹੁਣ ਤੁਹਾਡੇ ਨਾਲ ਰੂਬਰੂ ਕਰਾ ਰਹੇ ਹਾਂ, ਜਿੱਥੇ ਗੱਲਬਾਤ ਆ ਜਿਹੜੀ ਉਹ ਸ਼ਾਇਰੀ ਦੀ ਹੋ ਰਹੀ ਆ ਤੇ ਨਾਲ ਦੀ ਨਾਲ ਜਿਹੜੇ ਅਸੀਂ ਸਾਰੇ ਆਪਣੀਆਂ ਧਰਤੀਆਂ ਤੋਂ ਦੂਰ ਇਹਨਾਂ ਨਵੇਂ ਮੁਲਕਾਂ ਦੇ ਵਿੱਚ ਰੁਜ਼ਗਾਰ ਦੀ ਖਾਤਰ, ਚੰਗੀ ਐਜੂਕੇਸ਼ਨ ਦੀ ਖਾਤਰ, ਬਿਹਤਰ ਜ਼ਿੰਦਗੀ ਦੇ ਲਈ ਆਪਣਾ ਜੀਵਨ ਬਸਰ ਕਰ ਰਹੇ ਆ, ਉਹਦੀਆਂ ਕੀ ਜਿਹੜੀਆਂ ਜੋ ਉਹਨਾਂ ਦੀ ਜ਼ਿੰਦਗੀ ਦੇ ਤਜਰਬੇ ਆ ਜਾਂ ਉਹਨਾਂ ਦੇ ਇਹ ਤਜਰਬੇ ਉਹਨਾਂ ਦੀਆਂ ਲਿਖਤਾਂ 'ਚ ਕਿਵੇਂ ਆਏ ਆ, ਉਹਦੀ ਵੀ ਨਾਲ ਦੀ ਨਾਲ ਗੱਲਬਾਤ ਕਰ ਰਹੇ ਆ। ਜ਼ਫਰ ਜੀ ਤਿਆਰ ਹੋ ਜੀ? ਜੀ ਭਾਜੀ। ਜੀ ਭਾਜੀ, ਮੈਂ ਅਗਰ ਤੁਸੀਂ ਦੱਸ ਦੋਗੇ ਤਾਂ ਮੈਂ ਇੱਕ ਉਹਦੇ ਚ ਪੰਜਾਬੀ ਦਾ ਇੱਕ ਗਜ਼ਲ ਦੇ ਕੁਝ ਅਸ਼ਾਰ ਸੁਣਾਵਾਂਗਾ ਔਰ ਕੁਝ ਉਰਦੂ ਦੇ ਸੁਣਾਉਣਾ ਚਾਹਾਂਗਾ ਜੀ। ਇਰਸ਼ਾਦ। ਜਿਹਦੇ ਚ ਉਹ ਤੁਹਾਨੂੰ ਜਿਹੜਾ ਨਾ ਉਹ ਨਜ਼ਰ ਆਏਗਾ ਪਰਦੇਸ ਦਾ ਦੁੱਖ ਜੀ। ਸਦਰਾਂ ਨੂੰ ਪਰਚਾ ਮੈਂ ਛੇਤੀ ਆਵਾਂਗਾ, ਸਦਰਾਂ ਨੂੰ ਪਰਚਾ ਮੈਂ ਛੇਤੀ ਆਵਾਂਗਾ, ਰੀਜਾਂ ਨੂੰ ਸਮਝਾ ਮੈਂ ਛੇਤੀ ਆਵਾਂਗਾ। ਬਹੁਤ ਖੂਬ। ਤੇ ਹੱਥ ਤੇ ਸੂਹੀ ਸਿਰ ਤੇ ਕਾਲੀ ਮਹਿੰਦੀ ਤੂੰ, ਹੱਥ ਤੇ ਸੂਹੀ ਸਿਰ ਤੇ ਕਾਲੀ ਮਹਿੰਦੀ ਤੂੰ,
ਛੇਤੀ ਛੇਤੀ ਲਾ ਮੈਂ ਛੇਤੀ ਆਵਾਂਗਾ। ਵਾਹ ਜੀ ਵਾਹ। ਤੇ ਧੀ ਦਾ ਲਹਿੰਗਾ ਪੁੱਤ ਦਾ ਸਿਰਾ ਘੱਲਿਆ ਏ। ਧੀ ਦਾ ਲਹਿੰਗਾ ਪੁੱਤ ਦਾ ਸਿਰਾ ਘੱਲਿਆ ਏ, ਪੂਰੇ ਕਰ ਲਈ ਚਾਹ ਮੈਂ ਛੇਤੀ ਆਵਾਂਗਾ। ਵਾਹ ਜੀ ਵਾਹ। ਤੇ ਤੇਰਾ ਰੂਪ ਸਰੂਪ ਤੇ ਬਚਪਨ ਬੱਚਿਆਂ ਦਾ, ਤੇਰਾ ਰੂਪ ਸਰੂਪ ਤੇ ਬਚਪਨ ਬੱਚਿਆਂ ਦਾ, ਦਿੱਤਾ ਵਕਤ ਗਵਾ ਮੈਂ ਛੇਤੀ ਆਵਾਂਗਾ ਜੀ। ਬਹੁਤ ਸ਼ੁਕਰੀਆ ਜੀ। ਤੇ ਰੱਬ ਦੇ ਘਰ ਵਿੱਚ ਦੇਰ ਤੇ ਹੈ ਪਰ ਨੇਰ ਨਹੀਂ। ਵਾਹ। ਰੱਬ ਦੇ ਘਰ ਵਿੱਚ ਦੇਰ ਤੇ ਹੈ ਪਰ ਨੇਰ ਨਹੀਂ, ਆਸ ਦਾ ਦੀਪ ਜਗਾ ਮੈਂ ਛੇਤੀ ਆਵਾਂਗਾ। ਬਹੁਤ ਖੂਬ। ਤੇ ਹੋਵਰੇ ਕੋਈ ਕਾਗ ਬਨੇਰੇ ਆ ਬੈਠੇ, ਹੋਰੇ ਕੋਈ ਕਾਗ ਬਨੇਰੇ ਆ ਬੈਠੇ, ਛੱਤ ਤੇ ਚੂਰੀ ਪਾ ਮੈਂ ਛੇਤੀ ਆਵਾਂਗਾ। ਵਾਹ। ਤੇ ਪਰਦੇਸਾਂ ਵਿੱਚ ਰਹਿ ਕੇ ਜ਼ਫਰੀ ਲਿਖੇ ਜੋ, ਪਰਦੇਸਾਂ ਵਿੱਚ ਰਹਿ ਕੇ ਜ਼ਫਰੀ ਲਿਖੇ ਜੋ, ਗੀਤ ਮਿਲਣ ਦੇ ਗਾ ਮੈਂ ਛੇਤੀ ਆਵਾਂਗਾ। ਵਾਹ ਬਹੁਤ ਖੂਬ। ਸੱਦਰਾਂ ਨੂੰ ਪਰਚਾ ਮੈਂ ਛੇਤੀ ਆਵਾਂਗਾ, ਰੀਝਾਂ ਨੂੰ ਸਮਝਾ ਮੈਂ ਛੇਤੀ ਆਵਾਂਗਾ ਜੀ। ਬਹੁਤ ਖੂਬ। ਬਹੁਤ ਸ਼ੁਕਰੀਆ ਭਾਜੀ। ਤੇ ਉਹ ਇਹ ਮੈਂ ਇੱਕ ਗਜ਼ਲ ਉर्दू ਦੀ ਸੁਣਾਣਾ ਤੁਹਾਨੂੰ। आए थे परदेश में 2-4 बरसों के लिए, आए थे परदेश में 2-4 बरसों के लिए, रो रहे हैं बैठकर आइंदा नस्लों के लिए, रो रहे हैं बैठकर आइंदा नस्लों के लिए। बहुत खूब। शेर तो गौर करना। गैर मुल्की हैं जहां पर हम वतन में अजनबी, गैर मुल्की हैं जहां पर हम वतन में अजनबी जी, बेच दी पहचान अपनी हमने पैसों के लिए। वाह। देखो तुसी इंडिया जाते होगे, पंजाब जाते होगे तो उत्थे तुहानू कहा जाता है ओ जी अमरीका वाले आए ने, अमरीका वाले आए ने ते अमरीका दे विच तुसी होवो ते उत्थे कहा जांदा पंजाबी जा रहे, पंजाबी जा। मतलब असीं जिथे हुंदे आ उत्थों दा सानू कहा नहीं जाता जी। ठीक है। गैर मुल्की हैं जहां पर हम वतन में अजनबी, बेच दी पहचान अपनी हमने पैसों के लिए। वाह। कुछ पे कचरा घर बने हैं, कुछ पे कब्जा हो गया, छोड़ आए थे जमीन जो हम मकानों के लिए। वाह जी वाह। बहुत खूब। बहुत शुक्रिया। ते हम गरीबा ने वतन की कत्लगाहें बन गई। वाह। हम गरीबा ने वतन की कत्लगाहें बन गई, बस्तियां मशहूर थी जो खुश जमालों के लिए। बहुत खूब। करते हैं हम जिक्र रब का होंठ अपने मीच कर जी, करते हैं हम जिक्र रब का होंठ अपने मीच कर, खोलते हैं अब जुबां धीमी अजानों के लिए, खोलते हैं अब जुबां धीमी अजानों के लिए। बहुत खूब। बहुत शुक्रिया जी। ते मकता है ते लेकिन काबिल गौर है जी। देखना जरा तुहाडा भी इहदे च दुख नजर आएगा। इरशाद। एक पुरखों का है जफरी दूसरा बच्चों का है जी, एक पुरखों का है जफरी दूसरा बच्चों का है, देश कोई भी नहीं है मेरे जैसों के लिए। क्या बात। बहुत खूब, बहुत ही खूब ਇਹਦੇ ਵਿੱਚ ਤੁਸੀਂ ਫਰਮਾਇਆ। ਜਫਰਬਾਨ ਜੀ ਇੱਕ ਹੋਰ ਜਿਹੜੀਆਂ ਜਦ ਕੋਈ ਵੀ ਇੱਕ ਸੱਭਿਆਚਾਰ ਤੋਂ ਇੱਕ ਕਲਚਰ ਤੋਂ ਕੋਈ ਮਨੁੱਖ ਦੂਜੇ ਕਲਚਰਾਂ ਦੇ ਵਿੱਚ ਆਉਂਦਾ ਤੇ ਆਮ ਤੌਰ ਤੇ ਕਿਹਾ ਜਾਂਦਾ ਕਿ ਸਾਹਿਤ ਦੇ ਵਿੱਚ ਆ ਜਿਹੜਾ ਉਹ ਵਾਧਾ ਹੁੰਦਾ, ਕਿਉਂਕਿ ਉਹ ਆਪਣੇ ਕਲਚਰ ਨੂੰ ਦੂਜੇ ਕਲਚਰ ਦੇ ਵਿੱਚ ਜਿਹੜਾ ਬਿਆਨ ਕਰ ਸਕਦਾ ਤੇ ਦੂਜੇ ਕਲਚਰਾਂ ਨੂੰ ਆਪਣੇ ਕਲਚਰ 'ਚ ਬਿਆਨ ਕਰਕੇ ਪਹੁੰਚਦਾ ਕਰ ਸਕਦਾ। ਔਰ ਇਹ ਜਿਹੜਾ ਬਹੁਤ ਸਾਰੇ ਜਿਹੜੇ ਪਰਪੱਕ ਲੇਖਕ ਪੰਜਾਬੀ ਉਰਦੂ ਜਾਂ ਆਪਣੀਆਂ ਜ਼ਬਾਨਾਂ 'ਚ ਲਿਖਦੇ ਬਾਹਰਲੇ ਮੁਲਕਾਂ 'ਚ ਆਉਂਦੇ ਆ, ਉਹਨਾਂ ਦੇ ਉੱਤੇ ਇਹ ਗੱਲ ਕਹੀ ਜਾਂਦੀ ਹੈ ਕਿ ਉਹ ਉਹੋ ਹੀ ਗੱਲਾਂ ਮੁੜ ਕੇ ਫੇਰ ਕਰੀ ਜਾਂਦੇ ਆ। ਪਰ ਕੁਝ ਇਹਨਾਂ ਮੁਲਕਾਂ 'ਚ ਆ ਕੇ ਆਪਣੀਆਂ ਜ਼ਬਾਨਾਂ 'ਚ ਲਿਖਣ ਵਾਲੇ ਜਿਹੜੇ ਚਾਹੇ ਕਹਾਣੀਕਾਰ ਆ, ਨਾਵਲਕਾਰ ਆ, ਸ਼ਾਇਰ ਆ, ਉਹਨਾਂ ਨੇ ਇੱਥੇ ਦੀਆਂ ਜ਼ਿੰਦਗੀਆਂ ਨੂੰ ਵੀ ਆਪਣੇ ਲੋਕਾਂ ਤੱਕ ਪਹੁੰਚਾਇਆ। ਤੁਹਾਨੂੰ ਤੁਸੀਂ ਕਿਵੇਂ, ਤੁਹਾਡਾ ਅਨੁਭਵ ਕਿਵੇਂ ਆ? ਇਹ ਤੁਹਾਡੀ ਸ਼ਾਇਰੀ ਦੇ ਵਿੱਚ ਕੁਝ ਇਹ ਸਾਰਾ ਕੁਝ ਵੀ ਪਕੜ 'ਚ ਆਇਆ? ਬਿਲਕੁਲ। ਮੈਂ ਦੇਖੋ ਜਿਹੜਾ ਮੈਂ ਕਹਿੰਦਾ ਕਿ ਜਿਹੜਾ ਬੰਦਾ ਬਾਹਰ ਆਂਦਾ ਹੈ ਉਹ ਜਿਸ ਤਰ੍ਹਾਂ ਲਾਈਫ ਨੂੰ ਉਹ ਦੇਖਦਾ ਹੈ, ਠੀਕ ਹੈ। ਮੈਂ ਅਕਸਰ ਆਪਣੇ ਪਿੱਛੇ ਕੁਝ ਦੋਸਤਾਂ ਨਾਲ ਗੱਲ ਹੁੰਦੀਆਂ ਤੇ ਮੈਂ ਉਹਨਾਂ ਨੂੰ ਕਹਿੰਦਾ ਯਾਰ ਭਾਵੇਂ ਤੁਸੀਂ ਲੇਖਕ ਹੈ ਹੋ ਕਿ ਨਹੀਂ, ਮੈਂ ਕਹਿੰਦਾ ਕਿ ਹਰ ਬੰਦੇ ਨੂੰ ਆਪਣੀ ਜ਼ਿੰਦਗੀ 'ਚ ਨਾ ਇੱਕ ਵਾਰੀ ਪਰਦੇਸ ਜ਼ਰੂਰ ਜਾਣਾ ਚਾਹੀਦਾ, ਭਾਵੇਂ ਥੋੜਾ ਜਿਹਾ ਅਰਸਾ ਹੀ ਹੋਏ। ਜੀ ਜੀ। ਠੀਕ ਹੈ। ਉਹਦੇ ਨਾਲ ਕੀ ਹੁੰਦਾ ਕਿ ਉਹ ਜੋ ਐਕਸਪੈਰੀਮੈਂਟ ਉਹਨੂੰ ਬਾਹਰ ਆ ਕੇ ਹੁੰਦਾ ਹੈ, ਉਹਦਾ ਐਕਸਪੈਰੀਮੈਂਟ ਉਹ ਜਿਹੜਾ ਉਹਦੇ 'ਚ ਆਪਣੇ ਵਤਨ ਤੋਂ ਦੂਰ ਹੋ ਕੇ ਤੇ ਉਹ ਉਸ ਤਰ੍ਹਾਂ ਜਿਹੜਾ ਉੱਥੇ ਰਹਿਣ ਵਾਲੇ ਲੋਕ ਨੇ ਉਹਨੂੰ ਫੀਲ ਨਹੀਂ ਕਰ ਸਕਦੇ। ਠੀਕ ਹੈ।
और मैं बाहर आके ਤੇ ਮੈਂ ਇਸ ਤਰ੍ਹਾਂ ਦੇਖਣਾ ਵਾ ਕਿ ਜਿਹੜਾ ਬੰਦਾ ਬਾਹਰ ਆ ਕੇ ਬੈਠਾ, ਜਿਸ ਤਰ੍ਹਾਂ ਤੁਸੀਂ US 'ਚ ਬੈਠੇ ਹੋ, ਤੇ ਤੁਸੀਂ ਜਦੋਂ ਆਪਣੇ ਪੰਜਾਬ 'ਚ ਵੇਖਦੇ ਹੋ ਤੇ ਇਉਂ ਲੱਗਦਾ ਕਿ ਜਿਵੇਂ ਤੁਸੀਂ ਬੈਠੇ ਹੋਏ ਹੋ ਤੇ ਤੁਹਾਡੇ ਸਾਹਮਣੇ ਇੱਕ ਫੁੱਟਬਾਲ ਹੈ, ਤੇ ਫੁੱਟਬਾਲ ਜਿਹੜਾ ਨਾ ਉਹ ਫਰਜ਼ ਕਰ ਲਓ ਪੰਜਾਬ ਹੈ, ਤੇ ਤੁਸੀਂ ਬਾਹਰੋਂ ਉਸ ਪੂਰੇ ਪੰਜਾਬ ਤੇ ਨਜ਼ਰ ਰੱਖਦੇ ਹੋਗੇ, ਠੀਕ ਹੈ। ਔਰ ਲੇਕਿਨ ਜਦੋਂ ਤੁਸੀਂ ਪੰਜਾਬ 'ਚ ਹੁੰਦੇ ਹੋ ਤਾਂ ਤੁਸੀਂ ਉਸ ਸਿਸਟਮ ਦਾ ਹਿੱਸਾ ਬਣ ਜਾਂਦੇ ਹੋ, ਉੱਥੋਂ ਦੇ ਮਸਲਿਆਂ 'ਚ, ਉੱਥੋਂ ਦੇ ਪ੍ਰੋਬਲਮਸ, ਪੋਲਿਟਿਕਸ, ਇੱਧਰ ਉੱਧਰ ਉਹਨਾਂ ਚੀਜ਼ਾਂ 'ਚ ਫਸ ਜਾਂਦੇ ਹੋ। ਤੁਸੀਂ ਉਹਨਾਂ ਚੀਜ਼ਾਂ ਨੂੰ ਉਸ ਤਰੀਕੇ ਨਾਲ ਅਬਜ਼ਰਵ ਫੀਲ ਨਹੀਂ ਕਰ ਸਕਦੇ ਜਿਸ ਤਰ੍ਹਾਂ ਕਿ ਤੁਸੀਂ ਬਾਹਰ ਰਹਿ ਕੇ ਉਹਨੂੰ ਸਾਰਾ ਐਜ਼ ਅ ਹੋਲ ਉਹਨੂੰ ਵੇਖ ਸਕਦੇ ਹੋ। ਉੱਥੇ ਕੀ ਹੋ ਰਿਹਾ ਹੈ, ਉੱਥੇ ਕਿਸਾਨਾਂ ਨਾਲ ਕੀ ਹੋ ਰਿਹਾ, ਉੱਥੇ ਪੋਲੀਟੀਕਲੀ ਕੀ ਹੋ ਰਿਹਾ, ਜਾਂ ਉੱਥੇ ਕੀ ਮਸਲੇ ਨੇ, ਉੱਥੇ ਕੀ ਚੀਜ਼ਾਂ ਬਿਹਤਰ ਹੋ ਸਕਦੀਆਂ ਨੇ, ਉਹਨੂੰ ਤੁਸੀਂ ਅਬਜ਼ਰਵ ਕਰ ਸਕਦੇ ਹੋ। ਔਰ ਅਗਰ ਤੁਸੀਂ ਇਹ ਵੀ ਦੇਖੋ ਕਿ ਅਗਰ ਅਸੀਂ ਆਪਣੀ ਥੋੜੀ ਜਿਹੀ ਪਿੱਛੇ ਹਿਸਟਰੀ ਦੇ ਵਿੱਚ ਵੀ ਚੱਲੀਏ ਤੇ ਜਿਹੜੇ ਸਾਡੇ ਲੀਡਰ ਵੀ ਸਨ, ਜਿਹੜੇ ਕਿ ਪਾਕੋ ਹਿੰਦ ਦੇ ਲੀਡਰ ਵੀ ਸਨ, ਉਹ ਵੀ ਅਕਸਰ ਜਿਹੜੇ ਨੇ ਉਹ ਬਾਹਰੋਂ ਆ ਕੇ ਉਹ ਪੜ੍ਹੇ ਆ ਕੇ ਤੇ ਫਿਰ ਉਹਨਾਂ ਦੇ ਅੰਦਰ ਉਹ ਜਿਹੜਾ ਕੋਈ ਫੀਲਿੰਗਸ ਆਈਆਂ ਜਾਂ ਜੋ ਵੀ ਫਿਰ ਉਹਨਾਂ ਤਹਿਰੀਕਾਂ ਜਾ ਕੇ ਚਲਾਈਆਂ ਤੇ ਫਿਰ ਇੱਕ ਵਕਤ ਆਇਆ ਕਿ ਤੁਹਾਨੂੰ ਆਜ਼ਾਦੀ ਮਿਲੀ। ਤੇ ਇਸ ਚੀਜ਼ ਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ, ਇਹ ਇੱਕ ਬੜਾ ਵੱਡਾ ਫੈਕਟਰ ਹੈ। ਮੇਰੀ ਸ਼ਾਇਰੀ ਦੇ ਵਿੱਚ ਇਹ ਚੀਜ਼ ਨਜ਼ਰ ਆਉਂਦੀ ਹੈ, ਠੀਕ ਹੈ। ਬਾਹਰ ਰਹਿ ਕੇ ਇੱਕ ਤੇ ਬਾਹਰ ਦਾ ਦੁੱਖ ਵੀ ਤੇ ਇੱਕ ਇੱਥੋਂ ਦੇ ਸਿਸਟਮ ਦੇ ਬਾਰੇ ਦੇ ਵਿੱਚ ਵੀ, ਕਿ ਜਿਹੜੀਆਂ ਚੀਜ਼ਾਂ ਤੁਸੀਂ ਇੱਥੋਂ ਪੋਜ਼ਿਟਿਵ ਲੈਂਦੇ ਹੋ ਫਿਰ ਉਹਦੇ ਬਾਰੇ 'ਚ ਸੋਚਦੇ ਹੋ, ਯਾਨੀ ਤੁਸੀਂ ਉਹਨੂੰ ਡਿਨਾਈ ਨਹੀਂ ਕਰ ਸਕਦੇ। ਇੱਕ ਲਾਈਫ ਦਾ ਇੱਕ ਹਿੱਸਾ ਹੈ, ਜਿਸ ਤਰ੍ਹਾਂ ਕਿ ਤੁਸੀਂ ਜ਼ਿੰਦਗੀ ਮਤਲਬ ਕਿਤੇ ਵੀ ਜ਼ਿੰਦਗੀ ਤੋਂ ਕੁਝ ਵੀ ਸਿੱਖਦੇ ਹੋ, ਉਹਦੇ 'ਚੋਂ ਇੱਕ ਬੜਾ ਵੱਡਾ ਸਬਕ ਇਹ ਵੀ ਹੈ। ਜੀ ਅਵਾਨ ਜੀ, ਅਸੀਂ ਆਪਣੇ ਬਚਪਨ ਦੇ ਵਿੱਚ ਬੇਸ਼ੱਕ ਹੁਣ ਤਾਂ ਪ੍ਰੌੜ ਉਮਰ 'ਚ ਪਹੁੰਚ ਚੁੱਕੇ ਹਾਂ, ਉਸ ਵੇਲੇ ਦੇਖਿਆ ਕਿ ਜਿਹੜੇ ਲੋਕ ਬਾਹਰਲੇ ਮੁਲਕਾਂ 'ਚ ਰਹਿੰਦੇ ਆਪਣੇ ਮੁਲਕਾਂ 'ਚ ਵਾਪਸ ਜਾਂਦੇ ਸੀ, ਉਹ ਉੱਥੇ ਦੀ ਜ਼ਿੰਦਗੀ ਦੀ ਸੱਚਾਈ ਆ ਜਿਹੜੀ ਉਹ ਬਹੁਤ ਹੀ ਲੋਕਾਂ ਤੱਕ ਬਿਆਨ ਨਹੀਂ ਸੀ ਕਰਦੇ। ਇਵੇਂ ਲੱਗਦਾ ਸੀ ਕਿ ਜਿਵੇਂ ਉਹ ਮੁਲਕ ਆ ਜਿਹੜੇ ਉਹ ਕੋਈ ਸਵਰਗ ਆ, ਜਿੱਥੇ ਕਿਸੇ ਮਨੁੱਖ ਨੂੰ ਕੋਈ ਤੰਗੀਆਂ ਤੁਰਸ਼ੀਆਂ ਜਾਂ ਕੋਈ ਸਮੱਸਿਆ ਹੈ ਹੀ ਨਹੀਂ। ਪਰ ਹੁਣ ਅੱਗੇ ਨਾਲੋਂ ਕੁਛ ਨਾ ਕੁਛ ਆ ਜਿਹੜੀਆਂ ਉਹ ਜਾਣਕਾਰੀਆਂ ਲੋਕਾਂ ਤੱਕ ਸਹੀ ਪਹੁੰਚਣੀਆਂ ਵੀ ਸ਼ੁਰੂ ਹੋਈਆਂ, ਔਰ ਸਾਹਿਤ ਦੇ ਵਿੱਚੋਂ ਵੀ, ਕਵਿਤਾ, ਨਾਜ਼ਮ, ਕਹਾਣੀ, ਨਾਵਲਾਂ ਦੇ ਵਿੱਚੋਂ ਵੀ ਇਹ ਜਿਹੜਾ ਆ ਉਹਦੀ ਉਹ ਝਲਕਣੀ ਸ਼ੁਰੂ ਹੋਈ ਆ। ਤੁਸੀਂ ਇਹਨੂੰ ਕਿਵੇਂ ਮਹਿਸੂਸ ਕਰਦੇ ਆ? ਤੁਹਾਨੂੰ ਵੀ ਉਧਰਲੇ ਪੰਜਾਬ ਦੇ ਵਿੱਚ ਵੀ ਮੈਨੂੰ ਲੱਗਦਾ ਸੀ ਕਿ ਪਹਿਲੇ ਲੋਕਾਂ ਨੇ ਬਹੁਤੀਆਂ ਗੱਲਾਂ ਜਿਹੜੀਆਂ ਉਹ ਜਾ ਕੇ ਜੋ ਕੁਛ ਉਹ ਹੰਡਾਉਂਦੇ ਸੀ ਉਹਨਾਂ ਨੂੰ ਨਹੀਂ ਦੱਸਿਆ? ਅਸਲ 'ਚ ਸਭ ਤੋਂ ਵੱਡਾ ਫਰਕ ਪਤਾ ਕੀ ਹੈ? ਸਭ ਤੋਂ ਵੱਡਾ ਫਰਕ ਸਾਡੀ ਓਵਰਆਲ ਜਿਹੜੇ ਸਾਡੇ ਤੋਂ ਪਹਿਲੇ ਲੋਕ ਸਨ ਜਾਂ ਅਸੀਂ ਵੀ, ਸਾਡੇ ਬਿਹੇਵੀਅਰ ਦੇ ਅੰਦਰ ਨਾ ਇੱਕ ਮੁਨਾਫਕਤ ਜਿਹੀ ਹੁੰਦੀ ਹੈ। ਜਿਹੜੇ ਅਸੀਂ ਆਪਣੇ ਪੰਜਾਬ ਤੋਂ ਅਸੀਂ ਬਾਹਰ ਆ, ਅਸੀਂ ਇੱਥੇ ਆਉਂਦੇ ਹਾਂ, ਇੱਥੇ ਆ ਕੇ ਅਸੀਂ ਮਜ਼ਦੂਰੀਆਂ ਕਰਨੇ ਆ, ਔਰ ਉਹ ਜਿਹੀਆਂ ਮਜ਼ਦੂਰੀਆਂ ਵੀ ਕਰਨੇ ਆ ਜਿਹੋ ਜਿਹੀ ਵੀ ਲੱਭਦੀ ਅਸੀਂ ਕਰਨੇ ਆ, ਠੀਕ ਹੈ। ਔਰ ਇੱਥੇ ਅਸੀਂ ਜਨਾਬ ਇੱਕ ਕਮਰੇ ਦੇ ਵਿੱਚ 5-5 6-6 ਬੰਦੇ ਵੀ ਰਹੇ ਆ, ਰਹਿ ਵੀ ਲੈਂਦੇ ਆ। ਲੇਕਿਨ ਜਦੋਂ ਅਸੀਂ ਪੰਜਾਬ 'ਚ ਵਾਪਸ ਜਾਂਦੇ ਆ ਨਾ, ਤੇ ਉੱਥੇ ਜਾ ਕੇ ਸਾਡੇ ਕੋਲ ਪਹਿਲੇ ਤੇ ਬੜੀ ਗੱਡੀ ਲੈਣ ਆਉਂਦੀ ਹੈ ਏਅਰਪੋਰਟ ਤੋਂ, ਠੀਕ ਹੈ। ਔਰ ਪਹਿਲੇ ਫਿਰ ਸੂਟ ਪਾ ਕੇ ਜਾਂਦੇ ਆ, ਅਸੀਂ ਬੜਾ ਸੋਹਣਾ ਸੂਟ ਪਾ ਕੇ ਜਾਂਦੇ ਆ। ਔਰ ਫਿਰ ਸਾਡੇ ਕੋਲ ਪਰਫਿਊਮ ਐਸਾ ਅਸੀਂ ਲਾਇਆ ਹੁੰਦਾ ਕਿ ਗਲੀ ਚੋਂ ਦੀ ਜਦੋਂ ਅਸੀਂ ਲੰਘੀਏ ਨਾ, ਤੇ ਉਹ ਅਸੀਂ ਲੰਘ ਜਾਈਏ ਤੇ ਪਿੱਛੋਂ 2 ਮਿੰਟ ਬਾਅਦ ਵੀ ਖੁਸ਼ਬੂ ਆਉਂਦੀ ਰਹਿੰਦੀ ਹੈ, ਠੀਕ ਹੈ। ਉਹ ਜਦੋਂ ਇਹੋ ਜਿਹਾ ਇਫੈਕਟ ਇੱਥੇ ਅਸੀਂ ਲਾਈਫ ਜਿਹੜੀ ਗੁਜ਼ਾਰਨੇ ਆ ਤੇ ਉਹਦੇ ਨਾਲੋਂ ਕਮ ਸੇ ਕਮ 1000 ਗੁਣਾ ਉੱਥੇ ਬਿਹਤਰ ਜਾ ਕੇ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਨੇ ਆ, ਠੀਕ ਹੈ। ਤੇ ਜਦੋਂ ਇਸ ਤਰ੍ਹਾਂ ਅਸੀਂ ਕਰਨੇ ਆ, ਉਸ ਤਰ੍ਹਾਂ ਤੁਹਾਡੀ ਗੱਲ ਬਿਲਕੁਲ ਠੀਕ ਹੈ, ਮੈਂ ਉਹਦੇ ਨਾਲ ਇਤਫਾਕ ਕਰਨਾ ਕਿ ਉਸ ਤਰ੍ਹਾਂ ਨਹੀਂ ਦੱਸਿਆ ਗਿਆ। ਹੁਣ ਸੋਸ਼ਲ ਮੀਡੀਆ ਦਾ ਦੌਰ ਆ ਗਿਆ, ਹੁਣ ਚੀਜ਼ਾਂ ਆਪਣੇ ਆਪ ਬਾਹਰ ਆਉਂਦੀਆਂ ਨੇ ਪਈਆਂ, ਠੀਕ ਹੈ। ਬੇਸ਼ੱਕ ਲਿਖਣ ਵਾਲੇ ਵੀ ਲਿਖਦੇ ਨੇ ਪਏ, ਜਿਸ ਤਰ੍ਹਾਂ ਮੈਂ ਤੁਹਾਨੂੰ ਆਪਣੀ ਉਰਦੂ ਦੀ ਵੀ ਗਜ਼ਲ ਸੁਣਾਈ, ਲਿਖਣ ਵਾਲੇ ਵੀ ਲਿਖਦੇ ਨੇ ਪਏ। ਲੇਕਿਨ ਉਸ ਤੋਂ ਇਲਾਵਾ ਵੀ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਇਨਫੋਰਮੇਸ਼ਨ ਸ਼ੇਅਰਿੰਗ ਜਿਹੜੀ ਹੈ ਨਾ, ਉਹ ਇੰਨੀ ਆਸਾਨ ਹੋ ਗਈ ਹੈ। ਤੇ ਉਹਦੇ ਕਰਕੇ ਹੁਣ ਲੋਕਾਂ ਨੂੰ ਆਈਡੀਆ ਹੋ ਰਿਹਾ ਹੈ ਕਿ ਯਾਰ ਨਹੀਂ, ਉਹ ਜਿਸ ਤਰ੍ਹਾਂ ਦਰਖਤਾਂ ਦੇ ਪੈਸੇ ਸੀ ਕਿ ਉੱਥੇ ਜਾਓ ਬਾਹਰ ਤੇ ਉੱਥੇ ਦਰਖਤ ਦੇ ਉੱਤੇ ਪੈਸੇ ਲੱਗੇ ਹੋਣਗੇ, ਲਾ ਕੇ ਤੇ ਲੈ ਆਓ, ਉਹ ਐਸੀ ਕੋਈ ਸਿਚੁਏਸ਼ਨ ਨਹੀਂ ਹੈ, ਠੀਕ ਹੈ। ਯਾਨੀ ਕਿ ਉਹ ਇਨਫੋਰਮੇਸ਼ਨ ਏਜ ਨੇ ਉਹਦੇ 'ਚ ਫਰਕ ਪਾਇਆ। ਜੀ ਮੈਂ ਸਾਰੇ ਸਰੋਤਿਆਂ ਦੇ ਨਾਲ ਇੱਕ ਵਾਰ ਫੇਰ ਇਹ ਜਾਣਕਾਰੀ ਸਾਂਝੀ ਕਰ ਲਵਾਂ ਕਿ ਜਿਨ੍ਹਾਂ ਨੇ ਰੇਡੀਓ ਲੇਟ ਸੁਣਨਾ ਸ਼ੁਰੂ ਕੀਤਾ, ਅੱਜ ਸਾਡੇ ਨਾਲ ਜਨਾਬ ਜ਼ਫਰ ਅਵਾਨ ਹੋਰੀ ਨੇ ਕੋਪਨਹੈਗਨ ਡੈਨਮਾਰਕ ਤੋਂ, ਜਿਹੜੇ ਉਰਦੂ ਤੇ ਪੰਜਾਬੀ ਦੇ ਵਿੱਚ ਸ਼ਾਇਰੀ ਕਰਦੇ ਨੇ ਤੇ ਜਿਨ੍ਹਾਂ ਦੀਆਂ 6 ਕਿਤਾਬਾਂ ਹੁਣ ਤੱਕ ਪੰਜਾਬੀ ਪਾਠਕਾਂ ਦੇ ਹੱਥਾਂ ਦੇ ਵਿੱਚ ਪਹੁੰਚ ਚੁੱਕੀਆਂ। ਜੀ ਅਵਾਨ ਜੀ। ਦੂਰੋਂ ਤੱਕਿਆ ਮੈਨੂੰ ਯਾਰਾਂ ਨੇ, ਯਾਰਾਂ ਵਿੱਚ ਨਹੀਂ ਗਿਣਿਆ ਮੈਨੂੰ ਯਾਰਾਂ ਨੇ। ਦੂਰੋਂ ਤੱਕਿਆ ਮੈਨੂੰ ਯਾਰਾਂ ਨੇ, ਯਾਰਾਂ ਵਿੱਚ ਨਹੀਂ ਗਿਣਿਆ ਮੈਨੂੰ ਯਾਰਾਂ ਨੇ। ਕੀ ਬਾਤ, ਬਹੁਤ ਖੂਬ, ਬਹੁਤ ਸ਼ੁਕਰੀਆ ਜੀ। ਤੇ ਵੈਰੀ ਉੱਥੇ ਮੰਨਤਾਂ ਮੰਨਣ ਆਉਂਦੇ ਨੇ, ਜਿਹੜੀ ਥਾਂ ਤੇ ਤਪਿਆ ਮੈਨੂੰ ਯਾਰਾਂ ਨੇ। ਵਾਹ ਜੀ ਵਾਹ। ਵੈਰੀ ਉੱਥੇ ਮੰਨਤਾਂ ਮੰਨਣ ਆਉਂਦੇ ਨੇ, ਜਿਹੜੀ ਥਾਂ ਤੇ ਤਪਿਆ ਮੈਨੂੰ ਯਾਰਾਂ ਨੇ। ਤੇ ਸੂਰਜ ਮੇਰੀ
ਝੋਲੀ ਦੇ ਵਿੱਚ ਬੈਠਾ ਸੀ ਜੀ, ਰਾਤਾਂ ਅੰਦਰ ਲੱਭਿਆ ਮੈਨੂੰ ਯਾਰਾਂ ਨੇ। ਵਾਹ ਜੀ ਵਾਹ। ਸੂਰਜ ਮੇਰੀ ਝੋਲੀ ਦੇ ਵਿੱਚ ਬੈਠਾ ਸੀ, ਰਾਤਾਂ ਅੰਦਰ ਲੱਭਿਆ ਮੈਨੂੰ ਯਾਰਾਂ ਨੇ। ਬਹੁਤ ਖੂਬ ਤੇ ਬਹੁਤ ਸ਼ੁਕਰੀਆ ਜੀ। ਤੇ ਦੁਨੀਆ ਮੇਰੇ ਨਾਂ ਦੇ ਨਾਰੇ ਲਾਂਦੀ ਏ, ਦੁਨੀਆ ਮੇਰੇ ਨਾਂ ਦੇ ਨਾਰੇ ਲਾਂਦੀ ਏ, ਪਰ ਅੱਜ ਤੀਕ ਨਹੀਂ ਮੰਨਿਆ ਮੈਨੂੰ ਯਾਰਾਂ ਨੇ। ਵਾਹ, ਪਰ ਅੱਜ ਤੀਕ ਨਹੀਂ ਮੰਨਿਆ ਮੈਨੂੰ ਯਾਰਾਂ ਨੇ। ਬਹੁਤ ਖੂਬ ਸ਼ੁਕਰੀਆ। ਤੇ ਨਾ ਹੀ ਕੰਡੇ ਲੱਗਿਆ ਨਾ ਹੀ ਡੁੱਬਿਆ ਮੈਂ, ਨਾ ਹੀ ਕੰਡੇ ਲੱਗਿਆ ਨਾ ਹੀ ਡੁੱਬਿਆ ਮੈਂ, ਅੱਧ ਵਿਚਕਾਰੇ ਰੱਖਿਆ ਮੈਨੂੰ ਯਾਰਾਂ ਨੇ। ਬਹੁਤ ਖੂਬ। ਤੇ ਇਹੋ ਸ਼ਰਤ ਸੀ ਉੱਚੀ ਕੰਧ ਉਸਾਰਨ ਦੀ, ਇਹੋ ਸ਼ਰਤ ਸੀ ਉੱਚੀ ਕੰਧ ਉਸਾਰਨ ਦੀ, ਨੀਂਹ ਦੇ ਅੰਦਰ ਗੱਡਿਆ ਮੈਨੂੰ ਯਾਰਾਂ ਨੇ। ਬਹੁਤ ਖੂਬ। ਤੇ ਜੇ ਮੈਂ ਬੂਟਾ ਹੁੰਦਾ ਜ਼ਫਰੀ ਸੁੱਕ ਜਾਂਦਾ, ਜੇ ਮੈਂ ਬੂਟਾ ਹੁੰਦਾ ਜ਼ਫਰੀ ਸੁੱਕ ਜਾਂਦਾ, ਜਿੰਨੀ ਵਾਰੀ ਵੱਢਿਆ ਮੈਨੂੰ ਯਾਰਾਂ ਨੇ। ਬਹੁਤ ਖੂਬ, ਬਹੁਤ ਹੀ ਖੂਬ। ਜ਼ਫਰਵਾਨ ਜੀ, ਜਿਵੇਂ ਆਪਾਂ ਸ਼ੁਰੂਆਤੀ ਪ੍ਰੋਗਰਾਮ ਦੀ ਸ਼ੁਰੂਆਤ 'ਚ ਕਿਹਾ ਕਿ ਪੰਜਾਬੀ ਆ ਜਿਹੜੇ ਉਹ ਦੋ ਹਿੱਸਿਆਂ 'ਚ ਵੰਡੇ ਗਏ। 1947 ਦੇ ਵਿੱਚ ਇੱਕੋ ਭਾਸ਼ਾ ਇੱਕੋ ਕਲਚਰ ਸੀ। ਉਹਦੇ ਉੱਤੇ ਆਪਾਂ ਬਹੁਤੇ ਹੰਝੂ ਬਹਾਉਣ ਦੀ ਬਜਾਏ ਜੇ ਅਗਲੀ ਗੱਲ ਤੋਰੀਏ ਤੇ ਇਸ ਵੇਲੇ ਦੁਨੀਆ ਭਰ ਦੇ ਵਿੱਚ ਆ ਜਿਹੜੇ ਉਹ 10ਵੇਂ ਨੰਬਰ ਤੇ ਕੋਈ ਕਹਿੰਦਾ, ਕੋਈ 11ਵੇਂ ਨੰਬਰ ਤੇ ਕਹਿੰਦਾ ਕਿ ਪੰਜਾਬੀ ਬੋਲਣ ਵਾਲੇ ਲੋਕਾਂ ਦੀ ਗਿਣਤੀ ਆ ਜਿਹੜੀ ਉਹ 16 ਕਰੋੜ ਦੇ ਆਸ-ਪਾਸ ਗਿਣਤੀ ਮਿਣਤੀ 'ਚ ਗਿਣੀ ਜਾਂਦੀ ਆ। ਪਰ ਜਿਹੜੀਆਂ ਇੱਕ ਤਾਂ ਇਹ ਮੈਨੂੰ ਜੋ ਮਹਿਸੂਸ ਹੁੰਦਾ ਕਿ ਜਿਹੜੀ ਪੰਜਾਬੀ ਦੋ ਲਿਪੀਆਂ 'ਚ ਲਿਖ ਹੁੰਦੀ ਆ, ਲਹਿੰਦੇ ਪੰਜਾਬ ਦੇ ਵਿੱਚ ਸ਼ਾਹਮੁਖੀ 'ਚ ਤੇ ਚੜ੍ਹਦੇ ਪੰਜਾਬ 'ਚ ਗੁਰਮੁਖੀ 'ਚ, ਇਹ ਇੱਕ ਬੈਰੀਅਰ ਬਣੀ ਪਹਿਲਾਂ ਜਿਹੜਾ ਸਾਡੇ ਆਪਸ ਵਿੱਚ ਹੀ ਇੱਕ ਦੂਏ ਦੇ ਨੂੰ ਪੜ੍ਹਨ ਦੇ ਵਿੱਚ ਲਿਖਣ ਦੇ ਵਿੱਚ, ਕਿਉਂਕਿ ਆਉਣ ਵਾਲੀਆਂ ਜਿਹੜੀਆਂ ਨਵੀਆਂ ਨਸਲਾਂ ਚੜ੍ਹਦੇ ਪੰਜਾਬ 'ਚ ਉਹਨਾਂ ਨੂੰ ਸ਼ਾਹਮੁਖੀ ਨਹੀਂ ਆਉਂਦੀ ਕਿਉਂਕਿ ਸਾਰੀ ਜਿਹੜੀ ਆ ਉਹ ਗੁਰਮੁਖੀ ਪੜ੍ਹਾਈ ਜਾਂਦੀ ਆ। ਤੇ ਤੁਹਾਡੇ ਵਾਲੇ ਪਾਸੇ ਜਿਵੇਂ ਪਹਿਲਾਂ ਥੋੜੇ ਬਹੁਤੇ ਗੁਰਮੁਖੀ ਜਾਣਦੇ ਸੀ, ਉਹ ਇੱਕ ਸਮੱਸਿਆ ਬਣੀ ਆ। ਤੁਸੀਂ ਇਹਨੂੰ ਕਿਵੇਂ ਮਹਿਸੂਸ ਕੀਤਾ? ਨਹੀਂ ਜੀ, ਸਾਡੇ ਵੱਲ ਤੇ ਥੋੜੀ ਸਮੱਸਿਆ ਇਸ ਤੋਂ ਵੀ ਜਿਹੜੀ ਹੈ ਨਾ ਉਹ ਖਰਾਬ ਹੈ। ਉਹਦੀ ਵਜ੍ਹਾ ਹੈ ਕਿ ਸਾਡੇ ਵੱਲ ਤੇ ਸ਼ਾਹਮੁਖੀ ਵੀ ਨਹੀਂ ਪੜ੍ਹਾਈ ਜਾਂਦੀ ਨਾ। ਜੀ ਜੀ। ਤੇ ਅਸੀਂ ਤੇ ਜ਼ਾਤੀ ਤੌਰ ਤੇ ਮੈਂ ਜਿਸ ਤਰ੍ਹਾਂ ਪਹਿਲੇ ਵੀ ਤੁਹਾਨੂੰ ਦੱਸਿਆ ਸੀ ਕਿ ਕੋਈ ਮੇਰੀ ਐਜੂਕੇਸ਼ਨ ਜਿਹੜੀ ਆ ਉਹਦੇ ਵਿੱਚ ਕਿਤੇ ਵੀ ਮੈਂ ਪੰਜਾਬੀ ਨਹੀਂ ਪੜ੍ਹੀ ਹੈ ਆਪਣੇ 18 ਇਅਰਸ ਆਫ ਐਜੂਕੇਸ਼ਨ ਦੇ ਵਿੱਚ। ਤੇ ਮੇਰੀ ਇੱਕ ਜ਼ਾਤੀ ਐਫਰਟ ਹੈ ਕਿ ਮੈਂ ਕੋਸ਼ਿਸ਼ ਕੀਤੀ ਮੇਰੀ ਮਾਂ ਬੋਲੀ ਦੇ ਨਾਲ ਮੁਹੱਬਤ ਉਹ ਸਿੱਖ ਕੇ ਤੇ ਉਹ ਮੈਨੂੰ ਉਹਦੇ ਵਿੱਚ ਸ਼ੇਰ ਕਹਿਣੇ ਸ਼ੁਰੂ ਕੀਤੇ। ਬਾਕੀ ਜਿਹੜੀ ਤੁਸੀਂ ਗੱਲ ਕੀਤੀ ਹੈ ਲਿਪੀਆਂ ਦੇ ਹਵਾਲੇ ਦੇ ਨਾਲ, ਤੇ ਬਿਲਕੁਲ ਉਹ ਬੜਾ ਵੱਡਾ ਬੈਰੀਅਰ ਹੈ। ਔਰ ਮੈਂ ਤੁਹਾਡੇ ਨਾਲ ਜਿਸ ਤਰ੍ਹਾਂ ਗੱਲ ਵੀ ਕਰ ਰਿਹਾ ਸੀ, ਤੁਸੀਂ ਕੱਲ ਸ਼ਾਇਦ ਗੱਲ ਹੋ ਰਹੀ ਸੀ ਕਿ ਤੁਸੀਂ ਮਾਸ਼ਾਅੱਲਾ ਲਾਕਡਾਊਨ ਦੇ ਪੀਰੀਅਡ ਦੇ ਵਿੱਚ ਜਿਹੜਾ ਨਾ ਉਹ ਤੁਸੀਂ ਮੈਂ ਗੁਰਮੁਖੀ ਮਤਲਬ ਲਗਭਗ ਸਿੱਖੇ ਗਿਆ ਜੀ ਹੁਣ ਤਾਂ। ਹਾਂਜੀ ਹਾਂਜੀ, ਸ਼ਾਹਮੁਖੀ ਤੁਸੀਂ ਸਿੱਖੀ। ਤਾਂ ਮੇਰਾ ਖਿਆਲ ਹੈ ਕਿ ਉਹਦਾ ਇੱਕ ਸੋਲੂਸ਼ਨ ਤੇ ਇਹ ਵੀ ਕਿ ਅਸੀਂ ਜਿਹੜੇ ਲਿਖਣ ਪੜ੍ਹਨ ਵਾਲੇ ਲੋਕ ਆ ਸ਼ੇਰੋ ਸ਼ਾਇਰੀ ਅਦਬ ਦੇ ਨਾਲ, ਉਹਨਾਂ ਨੂੰ ਥੋੜੀ ਜਿਹੀ ਕੋਸ਼ਿਸ਼ ਹੋਰ ਵੀ ਕਰਨੀ ਚਾਹੀਦੀ ਹੈ ਕਿ ਉਹ ਜਿਸ ਤਰ੍ਹਾਂ ਤੁਸੀਂ ਕੋਸ਼ਿਸ਼ ਕੀਤੀ, ਮੈਨੂੰ ਵੀ ਚਾਹੀਦਾ ਹੈ ਕਿ ਮੈਂ ਵੀ ਕੋਸ਼ਿਸ਼ ਕਰਾਂ, ਇਸ ਤਰ੍ਹਾਂ ਹੋਰ ਜਿਹੜੇ ਦੋਸਤ ਅਹਿਬਾਬ ਨੇ ਉਹ ਵੀ ਕੋਸ਼ਿਸ਼ ਕਰਨ। ਔਰ ਦੂਸਰਾ ਇਹਦਾ ਇਹ ਵੀ ਕਿ ਹੁਣ ਦੇਖੋ ਹੁਣ ਵਕਤ ਜਿਹੜਾ ਆ ਗਿਆ ਨਾ ਇਸ ਟਾਈਮ, ਉਹ ਅੱਜ ਕੱਲ ਪੜ੍ਹਨ ਦਾ ਜਿਹੜਾ ਨਾ ਉਹ ਜ਼ਿਆਦਾ ਦੇ ਬਜਾਏ ਨਾ ਲੋਕੀ ਹੁਣ ਵਿਜ਼ੂਅਲ ਔਰ ਚੀਜ਼ਾਂ ਜ਼ਿਆਦਾ ਧਿਆਨ ਦੇ ਰਹੇ ਨੇ। ਸੋਸ਼ਲ ਮੀਡੀਆ ਦੇ ਆਉਣ ਤੋਂ ਬਾਅਦ ਦੇਖਣ ਸੁਣਨ ਵਾਲੇ ਪਾਸੇ ਜ਼ਿਆਦਾ ਧਿਆਨ ਹੈ ਔਰ ਇਹਦੇ ਕਰਕੇ ਸਾਨੂੰ ਫਾਇਦਾ ਹੋਇਆ, ਇਹਦਾ ਪੰਜਾਬ ਨੂੰ ਫਾਇਦਾ ਹੋਇਆ ਹੈ। ਠੀਕ ਹੈ, ਉਹਦਾ ਦੇਖੋ ਉਹਦਾ ਇੱਕ ਨਮੂਨਾ ਇਹ ਵੀ ਕਿ ਜਿਸ ਤਰ੍ਹਾਂ ਮੈਂ ਹੁਣ ਤੁਹਾਡੇ ਨਾਲ ਬਹਿ ਕੇ ਗੱਲ ਕਰ ਰਿਹਾ ਤੇ ਜਿਹੜੇ ਨੇ ਦੋਸਤ ਜਿਹੜੇ ਨੇ ਉਹ ਤੁਹਾਡੇ ਅਫਕੋਰਸ ਜ਼ਿਆਦਾ ਸਰੋਤੇ ਤੁਹਾਡੇ ਤੇ ਜਿਹੜੇ ਉਹ ਚੜ੍ਹਦੇ ਪੰਜਾਬ ਵਾਲੇ ਪਾਸਿਓਂ ਹੀ ਹੋਣਗੇ। ਠੀਕ ਹੈ, ਤੇ ਉਹ ਮੈਨੂੰ ਸੁਣ ਪਾ ਰਹੇ ਤੇ ਇਸ ਲਈ ਹੈ ਕਿ ਸੋਸ਼ਲ ਮੀਡੀਆ ਨੇ ਕਾਫੀ ਅੱਛਾ ਕਿਰਦਾਰ ਅਦਾ ਕੀਤਾ। ਇਸ ਤਰ੍ਹਾਂ ਹੋਰ ਕੁਝ ਦੋਸਤ ਨੇ ਡਾਕਟਰ ਸੀਮਾ ਗਰੇਵਾਲ ਸਾਹਿਬਾਂ ਨੇ, ਉਧਰੋਂ ਸਾਡੇ ਲੋ ਆਜ਼ਮ ਮਲਕ ਸਾਹਿਬ ਨੇ, ਇਸ ਤਰ੍ਹਾਂ ਹੋਰ ਵੀ ਕਾਫੀ ਦੋਸਤ ਨੇ ਜਿਹੜੇ ਕਿ ਇਸ ਤਰ੍ਹਾਂ ਮਿਲ ਕੇ ਕੰਮ ਕਰ ਰਹੇ ਨੇ। ਤੁਸੀਂ ਵੀ ਮਾਸ਼ਾਅੱਲਾ ਐਡਾ ਸੋਹਣਾ ਕੰਮ ਕਰ ਰਹੇ ਹੋ। ਤੇ ਇਹ ਕਿ ਉਹ ਕਾਫੀ ਉਸ ਮਾਮਲੇ ਨਾਲ ਬਿਹਤਰੀ ਆ ਰਹੀ ਹੈ। ਬਾਕੀ ਅਗਰ ਕਿਹਾ ਜਾਏ ਕਿ ਜੀ ਕੋਈ ਐਸਾ ਬੰਦੋਬਸਤ ਹੋ ਜਾਏ ਕਿ ਦੋਵਾਂ ਪਾਸੇ ਹੀ ਉਧਰ ਸ਼ਾਹਮੁਖੀ ਪੜ੍ਹਾਈ ਜਾ ਸਕੇ ਤੇ ਇੱਧਰ ਗੁਰਮੁਖੀ ਪੜ੍ਹਾਈ ਜਾ ਸਕੇ, ਤੇ ਮੇਰਾ ਖਿਆਲ ਹੈ ਉਹ ਥੋੜਾ ਔਖਾ ਕੰਮ ਇਸ ਲਈ ਹੈ ਕਿ ਅਸੀਂ ਤੇ ਜੇ ਤੱਕ ਸ਼ਾਹਮੁਖੀ ਜਿਹੜੀ ਹੈ ਉਹਦੇ ਚ ਪੰਜਾਬੀ ਦੇ ਵਿੱਚ ਤਾਲੀਮ ਜਿਹੜੀ ਉਹ ਨਹੀਂ ਕਰਵਾ ਸਕੇ। ਹਾਲਾਂਕਿ ਅਦਾਲਤ ਦੀ ਤਰਫੋਂ ਆਰਡਰ ਵੀ ਆਇਆ ਹੋਇਆ ਲੇਕਿਨ ਗਵਰਨਮੈਂਟ ਉਸ ਤਰੀਕੇ ਨਾਲ ਐਕਟ ਨਹੀਂ ਕਰ ਰਹੀ। ਆਹ ਜਿਹੜਾ 7 ਨਵੰਬਰ ਲੰਘਿਆ, ਇਹ 7 ਨਵੰਬਰ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਜਿਹੜੇ ਪੰਜਾਬੀ ਮਤਲਬ ਨੂੰ ਪਿਆਰ ਕਰਨ ਵਾਲੇ ਲੋਕ ਆ ਵੱਡੇ ਪੱਧਰ ਦੇ ਉੱਤੇ ਉਹਨਾਂ ਨੇ ਪਾਕਿਸਤਾਨ ਵਾਲੇ ਪੰਜਾਬ ਦੇ ਵਿੱਚ
ਆਪਣਾ ਜਿਹੜੇ ਆ ਉਹ ਮੁਜ਼ਾਹਰੇ ਵਗੈਰਾ ਵੀ ਕੀਤੇ ਆ, ਮੈਂ ਉਹ ਦੇਖੇ ਆ ਜੀ। ਉਹ ਆਪਣੇ ਤੌਰ ਤੇ ਕਰ ਰਹੇ ਨੇ, ਕਾਫੀ ਦੋਸਤ ਕਰ ਰਹੇ ਨੇ ਉਹਦੇ ਲਈ। ਬਾਬਾ ਨਜ਼ਮੀ ਹੁਣਾਂ ਨੇ ਤਾਂ ਮਤਲਬ ਇਹ ਆ ਵੀ, ਜਾਂ ਹੋਰ ਉਹਨਾਂ ਦੇ ਨਾਲ ਬਹੁਤ ਸਾਰੇ ਪੰਜਾਬੀ 'ਚ ਲਿਖਣ ਵਾਲੇ ਆ ਜਿਹੜੇ ਜਿਨ੍ਹਾਂ ਨੇ ਇਹ ਕੋਸ਼ਿਸ਼ ਤਾਂ ਆਰੰਭੀ ਹੋਈ ਆ ਕਿ ਜਿਹੜੀ ਆ ਉਹ ਮਾਧਿਅਮ ਬਣੇ, ਜਿਹੜੀ ਪੰਜਾਬੀ ਆ ਸ਼ਾਹਮੁਖੀ ਦੇ ਵਿੱਚ ਲਿਖਾਉਣੀ ਸਿੱਖੀ ਜਾਏ। ਦੇਖੋ ਕਦ, ਪਰ ਜਦ ਕੋਈ ਮਨ ਦੇ ਵਿੱਚ ਖਾਸ਼ ਹੋਵੇ ਜੀ, ਉਹ ਕਦੇ ਨਾ ਕਦੇ ਤਾਂ ਪੂਰੀ ਹੋਊਗੀ। ਹਾਂ ਠੀਕ ਹੈ, ਕੋਸ਼ਿਸ਼ ਕਰਦੇ ਆ। ਦੇਖੋ ਤੁਹਾਡੇ ਲਈ ਜ਼ਿਆਦਾ ਜ਼ਰੂਰੀ ਹੈ ਕੋਸ਼ਿਸ਼ ਕਰਨਾ। ਕੁਝ ਫੈਸਲੇ ਆਪਣੇ ਮੇਰੇ ਹੱਥ ਵਿੱਚ ਹੋਏ ਤੇ ਮੈਂ ਅੱਜ ਦੋਵਾਂ ਪਾਸੇ ਹੀ ਜਿਹੜੀ ਇਹਨਾਂ ਦੋਵਾਂ ਪਾਸਿਆਂ ਦਾ ਇੱਕ ਹੀ ਸਕ੍ਰਿਪਟ ਉਹਦੇ ਤੇ ਦੋਵਾਂ ਪਾਸੇ ਪਾ ਦਿਆਵਾਂ, ਠੀਕ ਹੈ। ਤੇ ਵਸ 'ਚ ਹੋਵੇ, ਕੋਈ ਚੀਜ਼ਾਂ ਵਸ 'ਚ ਨਹੀਂ ਹੁੰਦੀਆਂ, ਸਾਡੇ ਹੱਥ 'ਚ ਕੋਸ਼ਿਸ਼ ਕਰਨੀ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿੰਨੇ ਜੋ ਕਿ ਹੈ ਵਾ। ਇਨਸ਼ਾਅੱਲਾ ਇੱਕ ਵਕਤ ਆਏਗਾ ਕਿ ਅਸੀਂ ਕਾਮਯਾਬ ਹੋਵਾਂਗੇ ਇਨਸ਼ਾਅੱਲਾ। ਅਵਾਨ ਜੀ, ਪੰਜਾਬੀ ਯੂਨੀਵਰਸਿਟੀ ਆ ਜਿਹੜੀ ਪਟਿਆਲੇ ਦੇ ਵਿੱਚ, ਉਹਨਾਂ ਨੇ ਵੈਸੇ ਹੈ ਨਾ ਕੁਝ ਇਸ ਤਰ੍ਹਾਂ ਦੇ ਯਤਨ ਕੀਤੇ ਆ, ਜਿਹਦੇ ਵਿੱਚ ਕੁਝ ਐਪਸ ਹੈਗੀਆਂ ਜਿਹਦੇ ਵਿੱਚ ਤੁਸੀਂ ਗੁਰਮੁਖੀ ਦੇ ਵਿੱਚੋਂ ਸ਼ਾਹਮੁਖੀ 'ਚੋਂ ਗੁਰਮੁਖੀ ਦੇ ਵਿੱਚ ਕੰਪਿਊਟਰ ਦੀ ਮਦਦ ਦੇ ਨਾਲ ਕਾਫੀ ਲਾਗੇ ਛਾਗੇ ਉਹ ਲਿਪੀ ਅੰਤਰ ਹੋ ਜਾਂਦਾ। ਤੇ ਚਲੋ ਇਹ ਤਾਂ ਹੈ। ਤੇ ਫਿਰ ਜਿਹੜਾ ਥੋੜਾ ਜਿਹਾ ਜਾਣਨਾ ਚਾਹਾਂਗੇ ਅਸੀਂ ਡੈਨਮਾਰਕ ਦੇ ਬਾਰੇ ਦੇ ਵਿੱਚ, ਕਿੰਨੀ ਕੁ ਹੈਗਾ ਉੱਥੇ ਆਪਣਾ ਜਿਹੜਾ ਪੰਜਾਬ ਦੇ ਕਹਿ ਲਓ ਦੋਨਾਂ ਪੰਜਾਬਾਂ ਤੋਂ ਜਿਹੜੇ ਲੋਕ ਇੱਕ ਦੂਜੇ ਦੇ ਨਾਲ ਮਿਲ ਗਿਲ ਸਕਦੇ ਆ, ਕਿੰਨੀ ਕੁ ਲੋਕ ਹੈਗੇ ਆ ਡੈਨਮਾਰਕ ਦੇ ਵਿੱਚ? ਹਾਂਜੀ, ਡੈਨਮਾਰਕ ਦੇ ਵਿੱਚ ਜਿਹੜਾ ਲਹਿੰਦਾ ਪੰਜਾਬ ਹੈ ਉਹਦੇ ਲੋਕ ਜ਼ਿਆਦਾ ਨੇ, ਚੜ੍ਹਦੇ ਪੰਜਾਬ ਦੇ ਘੱਟ ਨੇ। ਵੈਸੇ ਤਾਂ ਮੇਰੇ ਆਪਣੇ ਹਨਾ ਮਾਮਾ ਜੀ ਦੀ ਲੜਕੀ ਤੇ ਉਹਨਾਂ ਦੇ ਹਸਬੈਂਡ ਦੀ ਤਾਂ ਡੈਥ ਹੋ ਗਈ, ਉਹ ਵੀ ਡੈਨਮਾਰਕ ਦੇ ਵਿੱਚ। ਸਾਡਾ ਡੈਨਮਾਰਕ ਦੇ ਨਾਲ ਅੱਜ ਤੋਂ 35 ਸਾਲ ਪਹਿਲਾਂ ਤੋਂ ਇਸ ਕਰਕੇ ਸਾਂਝ ਆ ਕਿ ਉਹ ਉਸ ਵੇਲੇ ਤੋਂ ਇੱਥੇ ਰਹਿੰਦੇ ਸੀ। ਹਾਂਜੀ ਹਾਂਜੀ, ਮਾਸ਼ਾਅੱਲਾ ਹੈ ਨੇ ਇੱਥੇ ਸਾਡੇ ਦੋਸਤ ਹੈ ਨੇ ਸਾਡੇ ਚੜ੍ਹਦੇ ਪੰਜਾਬ ਤੋਂ ਵੀ। ਇੱਕ ਪਰ ਪੋਪੂਲੇਸ਼ਨ ਅੱਛੀ ਖਾਸੀ ਹੈ ਇੱਥੇ ਦੇਸੀਆਂ ਦੀ, ਸਪੈਸ਼ਲੀ ਕੋਪਨਹੈਗਨ ਦੇ ਵਿੱਚ ਜਿਹੜਾ ਕੈਪੀਟਲ ਜਿੱਥੇ ਮੈਂ ਰਹਿ ਰਿਹਾ ਵਾਂ, ਇਹਦੇ ਵਿੱਚ ਤੇ ਹਰ ਪਾਸੇ ਹੀ ਸਾਡੇ ਲੋਕ ਨਜ਼ਰ ਆਉਂਦੇ ਨੇ। ਤੇ ਅਵਾਨ ਜੀ, ਸਾਰੇ ਜਿਵੇਂ ਤੁਹਾਡੇ ਵਰਗੇ ਜਿਹੜੇ ਥੋੜੇ ਜਿਹਾ ਜ਼ਿਆਦਾ ਜਿਹੜੀ ਬਰੀਕੀ ਨਾਲ ਸੋਚਣ ਵਾਲੇ ਲੋਕ ਆ, ਉਹਨਾਂ ਦੇ ਮਨਾਂ ਦੇ ਵਿੱਚ ਇਹ ਗੱਲ ਹਮੇਸ਼ਾ ਖਾਹਿਸ਼ ਰਹਿੰਦੀ ਆ ਕਿ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਨਸਲਾਂ, ਸਾਡੇ ਬੱਚੇ ਆ, ਉਹ ਆਪਣੀ ਬੋਲੀ ਦੇ ਨਾਲ, ਆਪਣੇ ਕਲਚਰ ਦੇ ਨਾਲ ਜੁੜੇ ਰਹਿਣ। ਤੇ ਫਿਰ ਇੱਥੇ ਤੁਸੀਂ ਡੈਨਮਾਰਕ 'ਚ ਕੋਪਨਹੈਗਨ ਦੇ ਵਿੱਚ ਇੱਦਾਂ ਦੇ ਯਤਨ ਕਿੱਦਾਂ ਦੇ ਕਰਦੇ ਆ? ਕਿਉਂਕਿ ਜਿੱਥੇ ਜ਼ਿਆਦਾ ਸੰਖਿਆ 'ਚ ਲੋਕ ਆ ਉੱਥੇ ਤਾਂ ਜ਼ਰਾ ਸੌਖਾ ਹੋ ਜਾਂਦਾ। ਹਾਂ ਬਿਲਕੁਲ, ਤੁਸੀਂ ਸਹੀ ਕਹਿ ਰਹੇ ਹੋ। ਇੱਕ ਤੇ ਹੈ ਕਿ ਇੱਕ ਸਾਡੀ ਇੱਕ ਆਪਣੀ ਤਨਜ਼ੀਮ ਹੈ, ਜਿੱਦਾਂ ਮੈਂ ਸਦਰ ਵੀ ਹਾਂ ਇਸ ਟਾਈਮ, ਉਹਦਾ ਨਾਮ ਹੈ ਬੇਲੀ। ਅੱਛਾ ਜੀ, ਠੀਕ ਹੈ, ਬੇਲੀ ਲਿਟਰੇਰੀ ਐਂਡ ਕਲਚਰ ਸੁਸਾਇਟੀ, ਠੀਕ ਹੈ। ਤੇ ਇੱਕ ਤਾਂ ਉਹਦੇ ਅੰਦਰ ਅਸੀਂ ਕਾਫੀ ਕਲਚਰਲ ਇਵੈਂਟਸ ਕਰਦੇ ਹਾਂ, ਲਿਟਰੇਰੀ ਇਵੈਂਟਸ ਕਰਦੇ ਹਾਂ, ਠੀਕ ਹੈ। ਇਸ ਤੋਂ ਇਲਾਵਾ ਕੁਝ ਹੋਰ ਕਾਫੀ ਆਰਗੇਨਾਈਜੇਸ਼ਨ ਨੇ, 7-8 ਆਰਗੇਨਾਈਜੇਸ਼ਨਸ ਨੇ ਜਿਹੜੀਆਂ ਕਿ ਆਪਣੇ ਤੌਰ ਤੇ ਕੰਮ ਕਰ ਰਹੀਆਂ ਨੇ ਉਰਦੂ ਨੂੰ ਪ੍ਰਮੋਟ ਕਰਨ ਦੇ ਹਵਾਲੇ ਦੇ ਨਾਲ, ਔਰ ਪੰਜਾਬੀ ਲਈ ਵੀ ਕਰ ਰਹੇ ਨੇ। ਲੇਕਿਨ ਉਸ ਤਰ੍ਹਾਂ ਪੰਜਾਬੀ ਨੂੰ ਪੜ੍ਹਾਇਆ ਇੱਥੇ ਵੀ ਨਹੀਂ ਜਾ ਰਿਹਾ। ਅਫਕੋਰਸ ਕਿ ਜਿਹਨਾਂ ਨੇ ਪੜ੍ਹਾਉਣਾ ਉਹਨਾਂ ਨੇ ਆਪ ਨਹੀਂ ਪੜ੍ਹਿਆ, ਤੇ ਉਹਨਾਂ ਪੰਜਾਬੀ ਇੱਥੇ ਕਿਤੇ ਪੜ੍ਹਾਣੀ। ਤੇ ਯਾਨੀ ਕਿ ਉਰਦੂ ਦੇ ਹਵਾਲੇ ਨਾਲ ਕਾਫੀ ਕੰਮ ਹੋ ਰਿਹਾ ਹੈ। ਤੇ ਪੰਜਾਬੀ ਜਿਹੜੀ ਦੀ ਗੱਲ ਹੈ, ਇੱਥੇ ਵੀ ਜਿੰਨੇ ਜ਼ਿਆਦਾ ਇੱਥੇ ਜਿੰਨੀ ਵੀ ਪੋਪੂਲੇਸ਼ਨ ਹੈ ਵੇ, ਜਿਹੜੀ ਵੀ ਦੋਵਾਂ ਪੰਜਾਬਾਂ ਮਤਲਬ ਦੋਵਾਂ ਪਾਸਿਆਂ ਦੀ, ਇੰਡੀਆ ਪਾਕਿਸਤਾਨ ਦੋਵਾਂ ਪਾਸਿਆਂ ਦੀ ਵੇਖ ਲਓ, ਤਾਂ ਉਹਦੇ 'ਚ ਵੀ ਮੈਜੋਰਿਟੀ ਪੰਜਾਬੀਆਂ ਦੀ ਹੋਈ ਹੈ ਇੱਥੇ। ਤੇ ਮਤਲਬ ਕਿ ਲੋਕ ਬੋਲਦੇ ਨੇ ਪੰਜਾਬੀ। ਔਰ ਬਾਕੀ ਇਹੀ ਹੈ ਕਿ ਅਸੀਂ ਇੱਥੇ ਮੇਲੇ ਕਰਵਾਉਂਦੇ ਹਾਂ ਡਿਫਰੈਂਟ, ਉਹਦੇ ਉੱਤੇ ਪੰਜਾਬੀ ਆਪਣੇ ਕਲਚਰ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਬੱਚਿਆਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਔਰ ਫਿਰ ਸਭ ਤੋਂ ਬਿਹਤਰ ਤਰੀਕਾ ਤੇ ਆਪਣੇ ਬੱਚਿਆਂ ਨੂੰ ਆਪਣੀ ਜਿਹੜੀ ਹੈ ਉਹ ਆਪਣੇ ਕਲਚਰ ਨਾਲ ਜੋੜਨ ਦੀ ਸਭ ਤੋਂ ਬਿਹਤਰੀਨ ਤਰੀਕਾ ਤੇ ਹੈ ਕਿ ਤੁਸੀਂ ਉਹਨਾਂ ਦੇ ਨਾਲ ਆਪਣੀ ਜ਼ੁਬਾਨ ਦੇ ਵਿੱਚ ਗੱਲ ਕਰੋ। ਇੱਕ ਗੱਲ ਜਿਹੜੀ ਮੈਨੂੰ ਸਭ ਤੋਂ ਪਹਿਲਾਂ ਪੁੱਛਣੀ ਚਾਹੀਦੀ ਸੀ, ਉਹ ਸ਼ਾਇਦ ਮੈਂ ਭੁੱਲ ਗਿਆ। ਤੇ ਜਿਹੜੀ ਡੈਨਮਾਰਕ ਦੀ ਆਪਣੀ ਜ਼ਬਾਨ ਜਿਹੜੀ ਡੈਨਿਸ਼ ਆ, ਜਾਂ ਇੱਥੇ ਅੰਗਰੇਜ਼ੀ ਕਿੰਨੀ ਕੁ ਬੋਲੀ ਜਾਂਦੀ ਆ? ਇਹਨਾਂ ਦੀ ਆਪਣੀ ਜ਼ਬਾਨ ਤੇ ਡੈਨਿਸ਼ ਹੀ ਹੈ। ਵੈਸੇ ਇਹਨਾਂ ਦੀ ਜਿਹੜੀ ਜਿਵੇਂ ਮਤਲਬ ਆਪਾਂ ਕਹਿ ਲੈਂਦੇ ਆ ਐਜੂਕੇਸ਼ਨ ਦਾ ਮਾਧਿਅਮ ਆ, ਉਹ ਡੈਨਿਸ਼ ਹੀ ਆ? ਹਾਂਜੀ, ਉਹ ਡੈਨਿਸ਼ ਹੀ ਹੈ, ਲੇਕਿਨ ਉਹਦੇ ਵਿੱਚ ਇੱਕ ਸਬਜੈਕਟ ਉਹਨਾਂ ਦਾ ਇੰਗਲਿਸ਼ ਹੈਗਾ। ਪਾਕਿਸਤਾਨ 'ਚ ਵੀ ਇੰਗਲਿਸ਼ ਕੰਪਲਸਰੀ ਹੈ, ਉਸ ਨਾਲ ਕੰਪਲਸਰੀ ਹੈ ਇੰਗਲਿਸ਼ ਨਾ ਇੱਥੇ। ਹੁਣ ਆਪਾਂ ਦੇਖੋ ਜ਼ਫਰਵਾਨ ਜੀ, ਜੇ ਲਾਈਏ ਇਸ ਗੱਲ ਤੋਂ ਦੇਖੀਏ ਕਿ ਯੂਰਪ ਆ ਜਿਹੜਾ ਛੋਟੇ ਮੁਲਕ ਆ, ਪਰ ਉਹ ਜਿਹੜੀਆਂ ਉਹਨਾਂ ਦੀਆਂ ਆਪਣੀਆਂ ਜ਼ਬਾਨਾਂ, ਉਹਨਾਂ ਨੇ ਇੱਥੇ ਵੀ ਆ ਜਿਹੜਾ ਉਹ ਅੰਗਰੇਜ਼ੀ ਨੂੰ ਆਪਣੇ ਆਪ ਤੇ ਭਾਰੂ ਨਹੀਂ ਹੋਣ ਦਿੱਤਾ। ਪਰ ਹੁਣ ਤੁਸੀਂ ਜੇ ਆਪਾਂ ਕਹੀਏ ਭਾਰਤ ਦੇ ਵਿੱਚ ਪੰਜਾਬੀ ਤਾਂ ਇੱਕ ਪਾਸੇ,
ਹਿੰਦੀ ਇਸ ਗੱਲ ਦਾ ਆ, ਹਿੰਦੀ ਦੇ ਜਿਹੜੇ ਲੇਖਕ ਆ ਜਾਂ ਹਿੰਦੀ ਬੋਲਣ ਵਾਲੇ ਲੋਕ ਆ ਉਹ ਇਸ ਗੱਲ ਦਾ ਆਲੰਭਾ ਦਿੰਦੇ ਆ ਕਿ ਅੰਗਰੇਜ਼ੀ ਸਾਨੂੰ ਖਾ ਰਹੀ ਆ। ਪਾਕਿਸਤਾਨ ਦੇ ਵਿੱਚ ਪੰਜਾਬੀ ਤਾਂ ਕੀ ਉਰਦੂ ਵਾਲੇ ਵੀ ਇਹ ਕਹਿੰਦੇ ਆ ਕਿ ਅੰਗਰੇਜ਼ੀ ਸਾਨੂੰ ਖਾ ਰਹੀ ਆ। ਔਰ ਇਹ ਤੋਂ ਤਾਂ ਬਈ ਬੜਾ ਕੁਝ ਸਿੱਖਣ ਦੀ ਲੋੜ ਆ। ਇਹ ਮਤਲਬ ਉਧਰ ਤਾਂ ਵੱਡੇ ਤੋਂ ਵੱਡੇ ਜਿਹੜੇ ਹਿੰਦੀ 'ਚ ਲਿਖਣ ਵਾਲੇ ਲੋਕ ਆ ਉਹ ਵੀ ਕਹਿੰਦੇ ਕਿ ਅਸੀਂ ਅੰਗਰੇਜ਼ੀ ਦੇ ਪਰਛਾਵੇਂ ਥੱਲੇ ਆ। ਦੇਖੋ ਗੱਲ ਤੁਹਾਡੀ ਠੀਕ ਹੈ, ਸਾਡੇ ਪੰਜਾਬ ਦੇ ਵਿੱਚ ਵੀ ਇਹੀ ਹਾਲਾਤ ਨੇ। ਔਰ ਉੱਥੇ ਸ਼ਾਇਦ ਜਿਹੜਾ ਚੜ੍ਹਦਾ ਪੰਜਾਬ ਹੈ ਉਹਦੇ ਨਾਲੋਂ ਹਾਲਾਤ ਇਸ ਲਈ ਖਰਾਬ ਨੇ ਥੋੜੇ ਜਿਹੇ ਕਿ ਸਾਡੇ ਇੱਕ ਦਿਨ ਪਹਿਲੇ ਅਸੀਂ ਗੱਲ 2-3 ਦਫਾ ਉੱਤੇ ਗੱਲ ਹੋ ਚੁੱਕੀ ਹੋਣੀ ਆ ਅੱਜ ਹੀ ਕਿ ਉੱਥੇ ਪੜ੍ਹਾਈ ਨਹੀਂ ਜਾਂਦੀ ਉਹ ਜ਼ੁਬਾਨ। ਔਰ ਦੂਸਰੀ ਵਜ੍ਹਾ ਇਹ ਕਹਿ ਵੀ ਹੈ ਕਿ ਜਿਹੜਾ ਚੜ੍ਹਦਾ ਪੰਜਾਬ ਹੈ ਉਹਦੇ ਵਿੱਚ ਪੰਜਾਬੀ ਦੇ ਨਾਲ ਮੁਹੱਬਤ ਦੇ ਨਾਲ ਜਿਹੜੀ ਹੈ ਨਾ ਉਹ ਮਜ਼ਹਬ ਦੀ ਮੁਹੱਬਤ ਵੀ ਨਾਲ ਸ਼ਾਮਲ ਜੁੜ ਗਈ ਹੈ। ਬਿਲਕੁਲ ਸਹੀ ਗੱਲ ਹੈ, ਕਿਉਂਕਿ ਉਹ ਗੁਰਬਾਣੀ ਸਾਰੀ ਹੈ ਗੁਰੂਆਂ ਪੀਰਾਂ ਦੀ, ਗੁਰੂਆਂ ਪੀਰਾਂ ਦੀ ਵੀ ਉਹ ਜ਼ੁਬਾਨ ਹੈ ਤੇ ਉਸ ਕਰਕੇ ਉਹਦੇ ਨਾਲ ਉਹ ਹੋਰ ਜ਼ਿਆਦਾ ਅਟੈਚਮੈਂਟ ਉਸ ਪਾਸੇ ਹੋ ਜਾਂਦੀ ਹੈ। ਇਸ ਲਈ ਸਰਦਾਰਾਂ ਦੇ ਬਾਰੇ 'ਚ ਮੈਂ ਇੱਕ ਪੋਜ਼ਿਟਿਵ ਚੀਜ਼ ਵੇਖੀ ਹੈ। ਆਪਣੇ ਸਾਡੇ ਜਿਹੜੇ ਲਹਿੰਦੇ ਪੰਜਾਬ ਦੇ ਸਾਡੇ ਭਰਾ ਨੇ, ਚੜ੍ਹਦੇ ਪੰਜਾਬ ਦੇ, ਉਹ ਜਿੱਥੇ ਵੀ ਗਏ ਨੇ ਉਹਨਾਂ ਨੇ ਜਾ ਕੇ ਉਹਨਾਂ ਨੇ ਮਾਂ ਬੋਲੀ ਨੂੰ ਨਹੀਂ ਛੱਡਿਆ। ਉਹਨਾਂ ਨੇ ਜ਼ਰੂਰ ਭਾਵੇਂ ਨਾਲ ਅੰਗਰੇਜ਼ੀ ਵੀ ਸਿੱਖੀ, ਸਭ ਕੁਝ ਕੀਤਾ, ਲੇਕਿਨ ਮੈਂ ਅਕਸਰੀਅਤ ਨੂੰ ਦੇਖਿਆ ਕਿ ਉਹ ਪੰਜਾਬੀ ਨੂੰ ਵੀ ਨਾਲ ਲੈ ਕੇ ਚੱਲਦੇ ਨੇ। ਲੇਕਿਨ ਸਾਡੇ ਪਾਸੇ ਥੋੜਾ ਜਿਹਾ ਨਹੀਂ ਬਹੁਤ ਮਾਮਲਾ ਖਰਾਬ ਹੋਇਆ ਪਿਆ ਹੈ। ਮਤਲਬ ਕਿ ਉੱਥੇ ਤੇ ਇਹ ਸਮਝਿਆ ਜਾਂਦਾ ਪੰਜਾਬੀ ਜਿਹੜਾ ਬੰਦਾ ਬੋਲਦਾ ਪਿਆ ਉਹ ਸ਼ਾਇਦ ਅਨਪੜ੍ਹ, ਪੜ੍ਹਿਆ ਨਹੀਂ ਹੈ। ਜ਼ਾਹਿਰ ਜਦੋਂ ਤੁਹਾਡੇ 2 ਬੱਚੇ ਨੇ, ਇੱਕ ਬੱਚੇ ਨੂੰ ਤੁਸੀਂ ਸਕੂਲ ਭੇਜ ਦਿੱਤਾ, ਠੀਕ ਹੈ, ਤੁਸੀਂ 2 ਬੱਚਿਆਂ ਨੂੰ ਸਕੂਲ ਭੇਜਣਾ ਅਫੋਰਡ ਨਹੀਂ ਕਰ ਸਕਦੇ। ਫੋਰ ਐਗਜ਼ਾਮਪਲ ਤੁਸੀਂ ਗਰੀਬ ਆਦਮੀ ਹੋ, ਮਜ਼ਦੂਰ ਹੋ, ਤੁਸੀਂ ਇੱਕ ਨੂੰ ਕੰਮ ਤੇ ਪਾਤਾ, ਇੱਕ ਨੂੰ ਤੁਸੀਂ ਸਕੂਲ ਭੇਜ ਦਿੱਤਾ। ਜਿਹੜਾ ਬੱਚਾ ਸਕੂਲ ਤੁਰ ਗਿਆ ਉਹਨੇ ਜਾ ਕੇ ਉੱਥੇ ਜਾਂਦੇ ਸਾਰ ਪਹਿਲੇ ਉਰਦੂ ਸਿੱਖੀ, ਫਿਰ ਅੰਗਰੇਜ਼ੀ ਸਿੱਖ ਲਈ। ਜਿਹੜਾ ਬੰਦਾ ਸਕੂਲ ਨਹੀਂ ਬੱਚਾ ਗਿਆ ਉਹਨੇ ਤਾਂ ਪੰਜਾਬੀ ਜ਼ਾਹਿਰ ਫਿਰ ਉਸ ਯਾਨੀ ਕਿ ਦੇਖਿਆ ਜਾਏ ਤੇ ਉਹਨੂੰ ਅਨਪੜ੍ਹਤਾ ਵਾਲੇ ਪਾਸੇ ਉਸ ਜ਼ੁਬਾਨ ਨੂੰ ਸੁੱਟਿਆ ਜਾ ਰਿਹਾ ਔਰ ਐਂਡ ਦੈਟ ਇਜ਼ ਨਾਟ ਫੇਅਰ, ਠੀਕ ਹੈ। ਔਰ ਉਸ ਜ਼ੁਬਾਨ ਨੂੰ ਕਿ ਜਿਹੜੀ ਗੁਰੂਆਂ ਪੀਰਾਂ ਦੀ ਜ਼ੁਬਾਨ ਹੈ, ਜਿਹਦੇ 'ਚ ਮੈਂ ਅਕਸਰ ਬੰਦਿਆਂ ਨੂੰ ਪਿੱਛੇ ਜੀ ਮੈਂ ਇੱਕ ਸ਼ੋਅ ਦੇ ਵਿੱਚ ਵੀ ਗੱਲ ਕੀਤੀ ਸੀ। ਮੈਂ ਕਿਹਾ ਜੋ ਪੰਜਾਬੀ ਨੂੰ ਜੋ ਅੱਲਾਹ ਤਾਲਾ ਦੀ ਜ਼ਾਤ ਨੇ ਅਤਾ ਕੀਤਾ ਹੈ, ਜੋ ਪੰਜਾਬੀ ਜ਼ੁਬਾਨ ਨੂੰ ਮਿਲਿਆ ਦੁਨੀਆ ਦੀ ਕਿਸੇ ਜ਼ੁਬਾਨ ਨੂੰ ਨਹੀਂ ਮਿਲਿਆ। ਉਹ ਕਹਿੰਦੇ ਨੇ ਉਹ ਕਿਸ ਤਰ੍ਹਾਂ? ਮੈਂ ਕਿਹਾ ਜੀ ਪੰਜਾਬੀ ਜ਼ੁਬਾਨ ਦੇ ਇੱਕ ਸ਼ਾਇਰ ਨੇ, ਉਹ ਇੱਕ ਚੜ੍ਹਦੇ ਪੰਜਾਬ ਦੇ ਵਿੱਚ ਉਹ ਮਜ਼ਹਬੀ ਰਹਿਨੁਮਾ ਨੇ, ਠੀਕ ਹੈ। ਉਹਨਾਂ ਨੂੰ ਹਜ਼ਰਤ ਬਾਬਾ ਗੁਰੂ ਨਾਨਕ ਜੀ ਸਾਹਿਬ ਦੇਵ ਸਾਹਿਬ, ਠੀਕ ਹੈ। ਯਾਨੀ ਕਿ ਦੇਖੋ ਹੋਰ ਕਿਸੇ ਜ਼ੁਬਾਨ 'ਚ ਦੱਸ ਦਵੋ ਕਿ ਕਿਸੇ ਜ਼ੁਬਾਨ ਦੇ ਕਿਸੇ ਸ਼ਾਇਰ ਨੂੰ ਇੰਨੀ ਉਹ ਇਸ ਲੈਵਲ ਤੇ ਬੈਠੇ ਹੋਵੇ ਜਿਸ ਲੈਵਲ ਤੇ ਬਾਬਾ ਨਾਨਕ ਸਾਹਿਬ ਬੈਠੇ ਨੇ। ਯਾਨੀ ਕਿ ਇਹ ਉਹ ਚੀਜ਼ ਹੈ ਜਿਹੜੀ ਪੰਜਾਬੀ ਕੋਲੋਂ ਦੂਸਰੀਆਂ ਜ਼ੁਬਾਨਾਂ ਤੋਂ ਵੱਖਰੀ ਹੈ ਔਰ ਉਹਨੂੰ ਪੰਜਾਬੀ ਨੂੰ ਅਫਜ਼ਲ ਕਰਦੀ ਹੈ, ਠੀਕ ਹੈ ਜੀ। ਔਰ ਇਸ ਲੈਵਲ ਦੀ ਜ਼ੁਬਾਨ ਹੋਵੇ ਤੇ ਤੁਸੀਂ ਉਸ ਜ਼ੁਬਾਨ ਨੂੰ, ਗੁਰੂਆਂ ਪੀਰਾਂ ਦੀ ਜ਼ੁਬਾਨ ਨੂੰ ਤੁਸੀਂ ਸਮਝੋ ਕਿ ਜਿਹੜਾ ਬੋਲੇ ਉਹ ਨਪਾੜੇ, ਮੇਰਾ ਖਿਆਲ ਹੈ ਬੜੀ ਵੱਡੀ ਜ਼ਿਆਦਤੀ ਦੀ ਜ਼ੁਲਮ ਹੈ। ਜਫਰ ਜੀ ਪਤਾ ਹੀ ਨਹੀਂ ਲੱਗਾ ਆਪਣਾ ਇਹ 45-47 ਮਿੰਟ ਕਦ ਮੁੱਕ ਗਿਆ। ਆਪਾਂ ਕੋਲ 2 ਮਿੰਟ ਹੁਣ ਬਚੇ ਆ ਪ੍ਰੋਗਰਾਮ ਦੀ ਸਮਾਪਤੀ ਦੇ ਲਈ, ਤੇ ਕੋਈ ਇੱਕ ਰਚਨਾ ਹੋਰ ਜਿਹੜੀ ਤੁਸੀਂ ਸੁਣਾਉਣੀ ਚਾਹੋ, ਕੋਈ ਇੱਕ ਤੁਹਾਡੀ ਰਚਨਾ। ਮੈਂ ਜਿਹੜਾ ਪੰਜਾਬੀ 'ਚ ਕਹਿੰਦਾ ਹੈ ਕਈ ਵਾਰ ਉਧਰਲੇ ਪੰਜਾਬ 'ਚ ਸਮਝ ਨਹੀਂ ਆਉਂਦੀ, ਆਪਣੀ ਕੋਈ ਗਜ਼ਲ, ਕੋਈ ਨਾਜ਼ਮ, ਕੋਈ ਨਹੀਂ। ਮੈਨੂੰ ਰਚਨਾ ਦਾ ਪਤਾ ਜੀ, ਜਿਹੜੀ ਤੁਸੀਂ ਆਪ ਚੀਜ਼ ਰਚੀ ਹੋਏ, ਜਿਹੜੀ ਮਤਲਬ ਕਿ ਜਿਹੜੀ ਚੀਜ਼ ਤੁਹਾਡੀ ਹੋਏ ਉਹਨੂੰ ਰਚਨਾ ਦੇ ਨੇ, ਤੇ ਕਿਸੇ ਹੋਰ ਦੀ ਜਿਹੜੀ ਹੋਵੇ ਉਹ ਕਵਿਤਾ ਵੀ ਹੋ ਸਕਦੀ। ਰਚਨਾ ਦਾ ਮਤਲਬ ਹੈ ਕਿ ਜਿਹੜੀ ਤੁਸੀਂ ਕ੍ਰੀਏਟ ਕੀਤੀ ਹੈ ਤੁਸੀਂ। ਜੀ ਇਰਸ਼ਾਦ। ਤੇ ਮੈਂ ਤੁਹਾਨੂੰ ਸੁਣਾ ਦਿੰਦਾ ਵਾਂ ਜੀ ਇੱਕ ਗਜ਼ਲ ਦੇ ਕੁਝ ਇਸ਼ਾਰ ਸੁਣਾਉਣਾ। ਔਰ ਮੈਂ ਨਾ ਕਰਦਾ ਵਾਂ ਪੰਜਾਬ ਦੀਆਂ ਸਾਰੀਆਂ ਸਾਂਝੇ ਪੰਜਾਬ ਦੀਆਂ ਦੋਵੇਂ ਪਾਸੇ ਦੀਆਂ ਜਿਹੜੀਆਂ ਧੀਆਂ ਭੈਣਾਂ ਨੇ ਸਾਡੀਆਂ, ਉਹਨਾਂ ਦੇ ਨਾਂ ਕਰਨਾ ਜੀ ਇਰਸ਼ਾਦ। ਤੇ ਹੱਸਦੀ ਰੁਕ ਜਾਂਦੀ ਏ ਧੀ ਜੋ ਹੋਈ, ਹੱਸਦੀ ਰੁਕ ਜਾਂਦੀ ਏ ਧੀ ਜੋ ਹੋਈ, ਬਹੁਤ ਖੂਬ। ਦੇਸ ਪਰਾਏ ਲੁਕ ਜਾਂਦੀ ਏ ਧੀ ਜੋ ਹੋਈ, ਵਾਹ। ਤੇ ਬਾਬਲ ਦੀ ਪੱਗ ਵੀਰ ਦੀ ਇੱਜ਼ਤ ਖਾਤਰ ਚੰਦਰੀ, ਬਾਬਲ ਦੀ ਪੱਗ ਵੀਰ ਦੀ ਇੱਜ਼ਤ ਖਾਤਰ ਚੰਦਰੀ, ਟੁੱਟੇ ਨਾ ਤੇ ਝੁਕ ਜਾਂਦੀ ਏ ਧੀ ਜੋ ਹੋਈ, ਬਹੁਤ ਖੂਬ। ਤੇ ਨਿੱਕੀ ਗੱਲ ਤੇ ਰੋਸੇ ਪਾਉਣ ਵਾਲੀ, ਨਿੱਕੀ ਗੱਲ ਤੇ ਰੋਸੇ ਪਾਉਣ ਵਾਲੀ, ਇੱਕ ਦਾਬੇ ਵਿੱਚ ਮੁੱਕ ਜਾਂਦੀ ਏ ਧੀ ਜੋ ਹੋਈ, ਬਹੁਤ ਖੂਬ। ਤੇ ਬੋੜਾਂ ਹੇਠਾਂ ਫੁੱਟੀ ਹੋਈ ਬੂਟੀ ਵਾਂਗੋਂ, ਬੋੜਾਂ ਹੇਠਾਂ ਫੁੱਟੀ ਹੋਈ ਬੂਟੀ ਵਾਂਗੋਂ, ਉਗਦੇ ਸੁੱਕ ਜਾਂਦੀ ਏ ਧੀ ਜੋ ਹੋਈ। ਤੇ ਪਿਓ ਦੀ ਕਬਰ ਤੇ ਜਾ ਕੇ ਜ਼ਫਰੀ ਰੋ ਲੈਂਦੀ ਏ, ਪਿਓ ਦੀ ਕਬਰ ਤੇ ਜਾ ਕੇ ਜ਼ਫਰੀ ਰੋ ਲੈਂਦੀ ਏ, ਮਾਲੋ ਜ਼ਰ ਤੇ ਥੁੱਕ ਜਾਂਦੀ ਏ ਧੀ ਜੋ ਹੋਈ। ਵਾਹ ਜੀ ਵਾਹ, ਬਹੁਤ ਖੂਬ। ਜਨਾਬ ਜ਼ਫਰ ਅਵਾਨ ਜੀ,
ਪ੍ਰੋਗਰਾਮ ਲਗਭਗ ਬਿਲਕੁਲ ਸਮਾਪਤ ਹੋ ਗਿਆ ਜੀ। ਤੁਸੀਂ ਸਮਾਂ ਕੱਢਿਆ ਰੇਡੀਓ ਚੜ੍ਹਦੀ ਕਲਾ ਲਈ, ਰੇਡੀਓ ਚੜ੍ਹਦੀ ਕਲਾ ਦੇ ਸਰੋਤਿਆਂ ਲਈ ਮੈਂ ਆਪਣੇ ਵੱਲੋਂ, ਸਰੋਤਿਆਂ ਵੱਲੋਂ, ਅਦਾਰੇ ਵੱਲੋਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ ਜੀ। ਭਾਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਮੈਨੂੰ ਟਾਈਮ ਦਿੱਤਾ ਔਰ ਮੈਨੂੰ ਆਪਣੇ ਜਿਹੜੇ ਨੇ ਸਾਂਝੇ ਪੰਜਾਬ ਦੇ ਸਾਰਿਆਂ ਵੀਰਾਂ ਭੈਣਾਂ ਭਰਾਵਾਂ ਦੇ ਨਾਲ ਗੱਲ ਕਰਨ ਦਾ ਮੌਕਾ ਦਿੱਤਾ। ਮੈਂ ਉਹਦੇ ਲਈ ਜਨਾਬ ਤੁਹਾਡਾ ਧੰਨਵਾਦ ਕਰਨਾ ਵਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ। ਇਹ ਸਨ ਜ਼ਫਰਵਾਨ ਜੀ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕੀਤੀ। ਪ੍ਰੋਗਰਾਮ ਦਾ ਸਮਾਂ ਬਿਲਕੁਲ ਸਮਾਪਤ ਹੈ ਜੀ। ਸੋਮਵਾਰ ਨੂੰ ਸਵੇਰੇ 9:30 ਵਜੇ ਪ੍ਰੋਗਰਾਮ ਖਬਰਾਂ ਦੀ ਖਬਰਸਾਰ ਵਿੱਚ ਫਿਰ ਹਾਜ਼ਰ ਹੋਵਾਂਗਾ। ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।